बंदन पाद पंकज बंदन, सिमरो अंगद दुख निकंदन। अमरदास गुर हृदय नित ध्यावो जी, हृदय नित ध्यावो। श्री गुरु रामदास गुण गावो। श्री अर्जन विघ्नन के नासक, विघ्नन के नासक। हर गोबिंद शुभ सुमत प्रकाशक। श्री हरि राय नमो कर जोरी, नमो कर जोरी। गुर हर कृष्ण मनाए बहोरी। तेग बहादुर परम कृपाला जी, परम कृपाला। श्री गुरु गोबिंद सिंह बिसाला। तरों तरा पर पुन पुन सीसा जी, पुन पुन सीसा। बंदो बार बार जगदीसा। जिसमें अमृत ज्ञान है माणिक भगत वैराग। गुरु ग्रंथ साहिब उदद बंदो कर अनुराग। श्री गुर शब्द कमाए जिन जीते पंच विकार। तिन संतन को बंदना सिर चरणन पर तार। एक ओंकारा सतगुरु ते प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम श्री वाहिगुरु साहिब जी। सवैया बर आनन ते बर देहो गुरु। बर ग्रंथ सपूरन होए अबै। बल जाए कवि तुमरो बल पाए। करो कविता शुभ छंद सबै। बलहीन करो बिघ्ना सब ही। गुर कीरत ग्रंथ सो होए तबै। विघ्नात्म रूप अमावस को। यह ग्रंथ दुति दुत चंद सबै। बर आनन ते बर देहो गुरु। बर ग्रंथ सपूरन होए तबै। वाहिगुरु जी का खालसा, वाहिगुरु जी की फतेह। भगत वत्सल पतत पावन। धन धन श्री गुरु नानक देव साहिब जी महाराज। अमृत के दाते पंथ दे वाले साहिबे कमाल। धन धन श्री गुरु गोबिंद सिंह साहिब जी महाराज। दसे गुरु सहबाना दी आत्मक जोत जागदी जोत। चवर छतर सिंघासन तख्त दे मालक। जुगो जुग अटल बाणी के बोहित। धन धन श्री गुरु ग्रंथ साहिब जी महाराज। सतगुरु जी दी साजी निवाजी गुरु प्यारी गुरु रूप खालसा साध संगत जीओ। आप जी कर्मां वाले वड्डियां भागां वाले वडभागी हो। जो श्री गुरु ग्रंथ साहिब महाराज जी दे दर्शन करके गुरु अर्जन देव महाराज जी दे चरणां विच संध्या के समय तो बेअंत संगतां ने हाजरियां भर के
ਗੁਰੂ ਮਹਾਰਾਜ ਜੀ ਦੀ ਸੰਗਤ ਦਾ ਲਾਹਾ ਪ੍ਰਾਪਤ ਕੀਤਾ ਹੈ। ਸੱਚੇ ਪਾਤਸ਼ਾਹ ਗੁਰੂ ਮਹਾਰਾਜ ਜੀ ਦੀ ਕਿਰਪਾ ਨਾਲ ਚੱਲ ਰਹੀ ਗੁਰ ਇਤਿਹਾਸ ਦੀ ਲੜੀਵਾਰ ਕਥਾ ਦਾ ਸਮਾਂ ਹੋਇਆ ਹੈ। ਆਪ ਸੰਗਤਾਂ ਨੇ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕੀਤਾ ਸੀ ਕਿ ਜੋ ਪੰਡਿਤ ਹਰਦਿਆਲ ਜੀ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਉਪਦੇਸ਼ ਲੈਣ ਦੀ ਇੱਛਾ ਸੀ, ਜਿਨ੍ਹਾਂ ਦੀ ਪਹਿਲਾਂ ਤੋਂ ਹੀ, ਉਹ ਸਬੱਬ, ਉਹ ਕਾਰਨ ਹੁਣ ਆ ਕੇ ਬਣਿਆ। ਅਤੇ ਗੁਰੂ ਮਹਾਰਾਜ ਜੀ ਨੂੰ ਜਦੋਂ ਜਨੇਊ ਦੀ ਰਸਮ, ਉਹ ਸੰਸਕਾਰ ਕਰਨ ਲਈ ਪੰਡਿਤ ਹਰਦਿਆਲ ਜੀ ਜਨੇਊ ਪਾਉਣ ਲੱਗੇ ਅਤੇ ਮਹਾਰਾਜ ਜੀ ਕਹਿਣ ਲੱਗੇ ਵੀ ਇਹ ਜਿਹੜਾ ਜਨੇਊ ਹੈ ਕੀ ਕਰੇਗਾ ਪੰਡਿਤ ਜੀ? ਕਹਿਣ ਲੱਗੇ ਮਹਾਰਾਜ, ਜਿਹੜਾ ਬ੍ਰਾਹਮਣ ਜਾਂ ਛਤਰੀ ਇਸ ਜਨੇਊ ਨੂੰ ਧਾਰਨ ਨਹੀਂ ਕਰਦਾ ਹੈ, ਉਹ ਆਪਣੇ ਧਰਮ ਵਿੱਚ ਪਰਵਿਰਤ ਨਹੀਂ ਹੁੰਦਾ ਹੈ, ਉਹਨੂੰ ਨਿਗੁਰਾ ਕਿਹਾ ਜਾਂਦਾ ਹੈ। ਅਤੇ ਜਿਹੜੇ ਵੇਦਾਂ ਦੀ ਵਿਧੀ ਨਾਲ ਜੋ ਦੱਸੀ ਹੈ ਵਿਧੀ, ਉਹਦੇ ਅਨੁਸਾਰ ਆਪਣੇ ਗਲ ਵਿੱਚ ਪਾ ਲੈਂਦਾ ਹੈ, ਉਹ ਬ੍ਰਾਹਮਣ, ਜੇ ਬ੍ਰਾਹਮਣ ਧਾਰਨ ਕਰਦਾ ਹੈ ਜਨੇਊ ਨੂੰ ਅਤੇ ਉਹ ਬ੍ਰਾਹਮਣ ਖਵਾਉਣ ਲੱਗ ਪੈਂਦਾ ਹੈ। ਜੇ ਛਤਰੀ ਪਹਿਨਦਾ ਅਤੇ ਉਹ ਛਤਰੀ ਆਪਣੇ ਧਰਮ ਵਿੱਚ ਆ ਜਾਂਦਾ ਹੈ। ਇਵੇਂ ਜਨੇਊ ਦੀ ਬੜੀ ਮਹਾਨਤਾ ਹੈ। ਜਿਵੇਂ ਵੇਦਾਂ ਵਿੱਚ ਲਿਖਿਆ ਹੋਇਆ ਦੱਸਿਆ ਹੈ ਕਿ ਜਿਹੜੇ ਜਨੇਊ ਨਹੀਂ ਧਾਰਨ ਕਰਦੇ, ਉਹ ਸਾਰੇ ਜਨੇਊ ਧਾਰਨ ਕਰਨ ਤੋਂ ਪਹਿਲਾਂ ਜਨਮ ਵੇਲੇ ਸਾਰੇ ਸ਼ੂਦਰ ਹੀ ਹੁੰਦੇ ਹੈ। ਇਹ ਤਾਂ ਜਦੋਂ ਧਰਮ ਦਾ ਸੰਸਕਾਰ ਧਾਰਨ ਕਰਦੇ ਹੈ, ਫਿਰ ਜਾ ਕੇ ਉਹ ਛਤਰੀ ਬ੍ਰਾਹਮਣ ਇਵੇਂ ਜਨੇਊ ਪਾਉਣ 'ਤੇ ਧਰਮੀ ਅਖਵਾਇਆ ਜਾਂਦਾ ਹੈ। ਜਿਵੇਂ ਉਹ ਸੰਸਕ੍ਰਿਤ ਵਿੱਚ ਸ਼ਲੋਕ ਲਿਖਿਆ ਹੈ, ਜਨਮ ਜਾਏ ਤੇ ਸ਼ੂਦਰਾ ਸੰਸਕਾਰੇ ਦਿਜੋਤਮਾ, ਵੇਦ ਪਾਠੀ ਵਪੇਦ ਵਿਪਰਾ ਬ੍ਰਹਮ ਜਨੰਤੀ ਇਤੀ ਬ੍ਰਾਹਮਣਾ। ਕਿ ਜਿਹੜੇ ਜਦੋਂ ਜਨਮ ਹੋਇਆ ਹੈ, ਜਨਮ ਪੈਦਾ ਹੋਣ 'ਤੇ ਸਾਰੇ ਸ਼ੂਦਰ ਹੀ ਹੈ, ਕਿਉਂਕਿ ਉਦੋਂ ਕੋਈ ਧਰਮ ਨਹੀਂ ਅਪਣਾਇਆ ਹੈ। ਜਦੋਂ ਉਹ ਧਰਮ ਅਪਣਾਉਂਦਾ ਹੈ, ਸੰਸਕਾਰ ਹੋ ਜਾਂਦਾ ਹੈ ਧਰਮ ਦਾ, ਸੰਸਕਾਰੇ ਦਿਜੋਤਮਾ, ਉੱਤਮ ਬ੍ਰਾਹਮਣ ਦਵਿਜ ਉਹਨੂੰ ਕਿਹਾ ਜਾਂਦਾ ਹੈ। ਫਿਰ ਜਿਹੜਾ ਵੇਦ ਪਾਠੀ ਬਣ ਜਾਂਦਾ ਹੈ, ਉਹਨੂੰ ਵਿਪਰ ਕਿਹਾ ਜਾਂਦਾ ਹੈ। ਵੇਦ ਜਦੋਂ ਪੜ੍ਹ ਲੈਂਦਾ ਹੈ, ਬ੍ਰਹਮ ਜਨੰਤੀ ਇਤੀ ਬ੍ਰਾਹਮਣਾ, ਜਿਹੜਾ ਬ੍ਰਾਹਮਣ ਨੂੰ ਜਾਣ ਲੈਂਦਾ ਹੈ, ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ, ਗੁਰੂ ਮਹਾਰਾਜ ਵੀ ਕਹਿੰਦੇ ਹੈ, ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ। ਅਤੇ ਉਹ ਜਿਹੜਾ ਬ੍ਰਾਹਮਣ ਨੂੰ ਜਾਣ ਲੈਂਦਾ, ਉਹ ਹੋ ਜਾਂਦਾ ਹੈ ਬ੍ਰਾਹਮਣ। ਅਸਲ ਬ੍ਰਾਹਮਣ ਉਹਨੂੰ ਕਿਹਾ ਹੈ। ਜਿਵੇਂ 4 ਨਾਮ ਹੈ, ਪਹਿਲਾਂ ਸ਼ੂਦਰ ਜਨਮ ਲੈਣ 'ਤੇ ਸੰਸਕਾਰ 'ਤੇ ਦਵਿਜ ਬਣ ਗਿਆ, ਜਦੋਂ ਸੰਸਕਾਰ ਧਰਮ ਦਾ ਜਨੇਊ ਪਾ ਲਿਆ, ਵੇਦ ਪਾਠ ਕਰਨ ਲੱਗ ਪਿਆ ਅਤੇ ਵਿਪਰ, ਬ੍ਰਾਹਮਣ ਨੂੰ ਜਾਣ ਲਿਆ ਅਤੇ ਬ੍ਰਾਹਮਣ। ਇਵੇਂ ਮਹਾਰਾਜ ਇਹਦੀ ਮਹਾਨਤਾ ਹੈ ਜਨੇਊ ਪਾਉਣ ਦੀ। ਗੁਰੂ ਜੀ ਨੇ ਫਿਰ ਕਿਹਾ ਵੀ ਇਹ ਜਿਹੜਾ ਜਨੇਊ ਇਹਦੇ ਟੁੱਟ ਟੱਟ ਜਾਂਦਾ ਹੈ, ਪੰਡਿਤ ਜੀ ਜਨੇਊ ਉਹ ਪਾਓ ਜਿਹੜਾ ਅਸੀਂ ਕਹਿੰਦੇ ਹਾਂ। ਕਹਿਣ ਲੱਗੇ ਮਹਾਰਾਜ ਉਹ ਕਿਹੜਾ ਜਨੇਊ ਹੈ? ਗੁਰੂ ਜੀ ਕਹਿੰਦੇ ਦਇਆ ਕਪਾਸ ਸੰਤੋਖ ਸੂਤ ਜਤ ਗੰਢੀ ਸੱਤ ਵੱਟ, ਇਹੋ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ, ਨਾ ਇਹ ਟੁੱਟੇ ਨਾ ਮਲ ਲੱਗੇ, ਨਾ ਇਹੋ ਜਲੇ ਨਾ ਜਾਏ, ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਇਹ ਜਨੇਊ ਪਾਓ। ਇਵੇਂ ਗੁਰੂ ਜੀ ਨੂੰ ਜਦੋਂ ਸਾਰੇ ਪਰਿਵਾਰ ਵੇਦੀ ਵੰਸ਼ ਦੇ ਸਮਝਾਉਣ ਲੱਗੇ ਛਤਰੀ ਕਿ ਤੁਸੀਂ ਪਿਛਲੀ ਰੀਤੀ ਨਾਲ ਚੱਲੋ, ਗੁਰੂ ਨਾਨਕ ਸਾਹਿਬ ਜੀ ਇਵੇਂ ਨਾ ਕਰੋ, ਜਿਵੇਂ ਵੱਡਿਆਂ ਦੀ ਚਾਲ ਹੈ ਚਾਲੀ ਹੈ ਉਸੇ ਤਰ੍ਹਾਂ ਚੱਲੋ, ਤੁਸੀਂ ਇੱਕ ਵਾਰ ਜਨੇਊ ਪਾ ਲਓ। ਗੁਰੂ ਨਾਨਕ ਸਾਹਿਬ ਜੀ ਨੂੰ ਪੰਡਿਤ ਹਰਦਿਆਲ ਜੀ ਜਨੇਊ ਪਾਉਣ ਲੱਗੇ ਅਤੇ ਗੁਰੂ ਜੀ ਨੇ ਕਿਹਾ, ਬਚਨ ਕੀਤਾ, ਚੌਕੜ ਮੁੱਲ ਅਣਾਇਆ ਬਹਿ ਚੌਕੈ ਪਾਇਆ, ਸਿੱਖਾ ਕੰਨ ਚੜ੍ਹਾਈਆ ਗੁਰ ਬ੍ਰਾਹਮਣ ਥਿਆ, ਉਹ ਮੋਆ ਉਹ ਝੜ ਪਿਆ ਵੇ ਤੱਗਾ ਗਿਆ।
ਇਹ ਬ੍ਰਾਹਮਣਾ ਇਹ ਕਿਸ ਕੰਮ ਹੈ ਜਨੇਊ। ਇਹ ਤਾਂ ਜਦੋਂ ਬੰਦਾ ਮਰ ਜਾਂਦਾ ਹੈ ਤੇ ਉਦੋਂ ਇਹ ਝੜ ਜਾਂਦਾ ਹੈ, ਸੜ ਜਾਂਦਾ ਨਾਲ ਹੀ। ਬਾਕੀ ਇਹ ਜੇ ਜਨੇਊ ਪਾ ਕੇ, ਅਸਲ ਧਰਮ ਤਾਂ ਇਹ ਸੀ ਕਿ ਬੰਦਾ ਗੁਣਾਂ ਦਾ ਧਾਰਨੀ ਹੁੰਦਾ, ਪਰ ਜੇ ਉਸਨੇ ਜਨੇਊ ਪਾ ਕੇ ਧਾਰਨ ਕਰਕੇ ਪ੍ਰਮਾਦੀ ਹੋ ਜਾਣਾ ਹੈ, ਸਗੋਂ ਠੱਗੀਆਂ ਚੋਰੀਆਂ ਯਾਰੀਆਂ ਕਰਨੀਆਂ ਹੈ, ਤਾਂ ਉਹਦਾ ਕੀ ਫਾਇਦਾ ਹੈ। ਜੇ ਉਹਨੇ ਪਾਪ ਹੀ ਕਰਨੇ ਜਨੇਊ ਪਾ ਕੇ, ਤਾਂ ਉਹਦਾ ਕੀ ਫਾਇਦਾ ਹੈ, ਪ੍ਰਮਾਦੀ ਜੇ ਹੋ ਜਾਣਾ ਹੈ। ਉਹ ਇੱਕ ਐਵੇਂ ਬਚਨ ਹੈ, ਸ਼ਲੋਕ ਹੈ ਸੰਸਕ੍ਰਿਤ ਵਿੱਚ, ਪੁੰਨਯ ਫਲ ਮਿਛੰਤੀ ਪੁੰਨੇ ਨਾ ਮਿਛੰਤੀ ਮਾਨਵਾ, ਨਾ ਪਾਪ ਫਲ ਮਿਛੰਤੀ ਪਾਰ ਕੂਰਵੰਤੀ ਯਤਨ ਤਾਹਾ। ਕਿ ਇਹ ਜਿਹੜਾ ਮਨੁੱਖ ਹੈ ਪੁੰਨ ਦਾ ਫਲ ਤੇ ਚਾਹੁੰਦਾ ਹੈ, ਮਿਛੰਤੀ ਚਾਹੁੰਦਾ ਹੈ, ਪੁੰਨ ਦਾ ਫਲ ਇੱਛਾ ਕਰਦਾ ਹੈ ਵੀ ਮੈਨੂੰ ਫਲ ਮਿਲੇ। ਪੁੰਨੇ ਨਾ ਮਿਛੰਤੀ ਮਾਨਵਾ, ਪਰ ਇਹ ਮਨੁੱਖ ਪੁੰਨ ਤੇ ਕੋਈ ਕਰਦਾ ਨਹੀਂ ਹੈ ਜਨੇਊ ਪਾ ਕੇ। ਨਾ ਪਾਪ ਫਲ ਮਿਛੰਤੀ, ਫਿਰ ਪਾਪਾਂ ਦਾ ਜਿਹੜਾ ਫਲ ਨਹੀਂ ਚਾਹੁੰਦਾ, ਪੁੰਨਾਂ ਦਾ ਫਲ ਚਾਹੁੰਦਾ ਪਰ ਪੁੰਨ ਕਰਦਾ ਕੋਈ ਨਹੀਂ, ਪਾਪਾਂ ਦਾ ਫਲ ਚਾਹੁੰਦਾ ਨਹੀਂ ਹੈ। ਪਾਰ ਕੂਰਵੰਤੀ ਯਤਨ ਤਾਹਾ, ਬੜੇ ਯਤਨ ਕਰ ਕਰਕੇ ਪਾਪਾਂ ਦੇ ਕਰਮ ਕਮਾਉਂਦਾ ਹੈ ਤੇ ਫਲ ਤੇ ਮਿਲੇਗਾ ਹੀ। ਇਵੇਂ ਪੰਡਿਤ ਜੀ ਇਹ ਜਿਹੜਾ ਜਨੇਊ ਪਾ ਕੇ ਜੇ ਪ੍ਰਮਾਦੀ ਹੋ ਜਾਣਾ ਹੈ ਕਿ ਲੱਖ ਚੋਰੀਆਂ, ਲੱਖ ਜਾਰੀਆਂ, ਲੱਖ ਕੂੜੀਆਂ, ਲੱਖ ਗਾਲ, ਲੱਖ ਠੱਗੀਆਂ ਪਹਿਨਾਮੀਆਂ, ਰਾਤ ਦਿਨ ਸਜੀਅ ਨਾਲ, ਤਗ ਕਪਾਹ ਹੋ ਕੱਤੀਐ ਬਾਹਮਣ ਵੱਟੇ ਆਏ, ਕੋਈ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ। ਇਵੇਂ ਉਹ ਬੱਕਰਾ ਜਾਂ ਕੋਹ ਕੇ ਖਾ ਲੈਣਾ ਤੇ ਕਹਿਣਾ ਜੀ ਇਹ ਤੇ ਜਨੇਊ ਪਾ ਦਿੱਤਾ ਹੈ, ਸਭ ਨੂੰ ਰੌਲਾ ਪਾ ਦੇਣਾ, ਇਹ ਕਿਸ ਕੰਮ ਹੈ। ਪੰਡਿਤ ਹਰਦਿਆਲ ਜੀ ਕਹਿੰਦੇ ਮਹਾਰਾਜ ਫਿਰ ਉਹ ਕਿਹੜਾ ਜਨੇਊ ਜਿਹੜਾ ਤੁਸੀਂ ਕਹਿੰਦੇ ਹੋ। ਗੁਰੂ ਜੀ ਕਹਿੰਦੇ ਨਾਏ ਮੰਨੈ ਪਤ ਊਪਜੈ ਸਾ ਲਾਹੀ ਸੱਚ ਸੂਤ, ਦਰਗਹਿ ਅੰਦਰ ਪਾਈਐ ਤਗ ਨਾ ਟੂਟ ਸਪੂਤ। ਜਿਹੜਾ ਵਾਹਿਗੁਰੂ ਦੇ ਨਾਮ ਦਾ ਮੰਨਣ ਕਰਨਾ ਹੈ, ਇਹ ਉਸ ਕਪਾਹ ਦੇ ਬੂਟੇ ਦੇ ਪੱਤਰੇ ਪੈਦਾ ਹੋਣੇ ਹੈ। ਜਿਹੜੀ ਸਿਫਤ ਸਲਾਹ ਕਰਨੀ ਹੈ, ਸੂਤ ਕੱਤਣਾ ਹੈ, ਇਹ ਸਾਧ ਸੰਗਤ ਰੂਪੀ ਦਰਗਾਹ ਦੇ ਵਿੱਚ ਐਸਾ ਸ਼ੁਭ ਗੁਣਾਂ ਦਾ ਜਨੇਊ ਪਾਈਦਾ ਹੈ। ਜਿਹੜਾ ਪਵਿੱਤਰ ਜਨੇਊ ਕਦੀ ਟੁੱਟਦਾ ਨਹੀਂ ਹੈ, ਉਹ ਤੇ ਸੜਦਾ ਮੱਚਦਾ ਟੁੱਟਦਾ ਇਹ ਨਹੀਂ ਟੁੱਟਦਾ ਹੈ। ਇਵੇਂ ਉਪਦੇਸ਼ ਗੁਰੂ ਮਹਾਰਾਜ ਜੀ ਨੇ ਪੰਡਿਤ ਹਰਦਿਆਲ ਜੀ ਨੂੰ ਸਰਵਣ ਕਰਾਇਆ, ਉਹਨਾਂ ਦੇ ਰਾਹੀਂ ਸਾਨੂੰ ਵੀ ਸਿੱਖਿਆ ਦਿੱਤੀ। ਅਤੇ ਜਿਸ ਕਰਕੇ ਪੰਡਿਤ ਹਰਦਿਆਲ ਜੀ ਗੁਰੂ ਮਹਾਰਾਜ ਜੀ ਦੀ ਸਿੱਖਿਆ ਲੈ ਕੇ ਨਿਹਾਲ ਹੋਏ, ਨਾਮ ਦੀ ਲਿਵ ਲੱਗ ਗਈ, ਵਾਹਿਗੁਰੂ ਦੇ ਨਾਮ ਵਿੱਚ ਲੀਨ ਹੋ ਗਏ। ਗੁਰੂ ਜੀ ਨੇ ਜਨੇਊ ਧਾਰਨ ਕਰਵਾਇਆ ਸੀ। ਪੰਡਤਾਂ ਨੇ, ਮਹਾਰਾਜ ਜੀ ਨੇ ਵੀ ਸੋਚਿਆ ਵਿਚਾਰਿਆ ਕਿ ਮੂਰਖੇ ਨਾਲ ਨਾ ਲੁੱਝੀਐ, ਇਹਦੇ ਮੂਰਖ ਹੁਣ ਇਕੱਠੇ ਹੋਏ ਕਿਹਨੂੰ ਸਮਝਾਉਣਾ ਹੈ। ਜਿਹੜਾ ਇੱਕ ਹੀ ਗਿਆਨੀ ਸੀ ਪੰਡਿਤ ਹਰਦਿਆਲ, ਉਹਨੂੰ ਉਪਦੇਸ਼ ਕਰਕੇ ਨਿਹਾਲ ਕੀਤਾ। ਇਵੇਂ ਉਹ ਪ੍ਰਸੰਗ ਆਪ ਜੀ ਨੇ ਵਿਸਥਾਰ ਸਹਿਤ ਸਰਵਣ ਕੀਤਾ ਹੈ। ਜਿਸ ਤਰ੍ਹਾਂ ਭਾਈ ਦਇਆ ਸਿੰਘ ਜੀ ਨੇ ਜਦੋਂ 10ਵੇਂ ਪਾਤਸ਼ਾਹ ਦੇ ਸਮੇਂ ਜਨੇਊ ਲਾ ਦਿੱਤਾ ਸੀ ਅਤੇ ਅੰਮ੍ਰਿਤ ਛਕਿਆ ਅਤੇ ਜਨੇਊ ਲਾ ਕੇ ਉਹ ਇੱਕ ਝਾੜ ਜੀ 'ਤੇ ਪਾ ਦਿੱਤਾ। ਸਿੱਖ ਕਹਿਣ ਲੱਗੇ ਮਹਾਰਾਜ ਵੇਖੋ, ਜਿਹੜੇ ਸਭ ਤੋਂ ਪਹਿਲਾਂ ਭਾਈ ਦਇਆ ਸਿੰਘ ਜੀ ਉੱਠੇ ਹੈ, ਜਿਨ੍ਹਾਂ ਨੇ ਆਪ ਜੀ ਨੂੰ ਸੀਸ ਦਿੱਤਾ ਹੈ, ਇਹਨਾਂ 'ਤੇ ਜਨੇਊ ਲਾ ਕੇ ਪਰੇ ਰੱਖ ਦਿੱਤਾ, ਇਹ ਜਨੇਊ ਨਹੀਂ ਪਾ ਰਹੇ। ਮਹਾਰਾਜ ਹਾਸ ਵਿਲਾਸ ਜੀ ਕਹਿੰਦੇ ਵੀ ਭਾਈ ਦਇਆ ਸਿੰਘ ਇਹ ਕੀ ਹੈ। ਕਹਿੰਦੇ ਮਹਾਰਾਜ ਆ ਜਿਹੜਾ ਗਾਤਰਾ ਸ੍ਰੀ ਸਾਹਿਬ ਪਹਿਨ ਲਿਆ ਹੈ, ਇਹੀ ਅਸਲ ਜਨੇਊ ਪਾ ਲਿਆ ਸਾਨੇ 'ਤੇ। ਬਾਕੀ ਜਿਹੜਾ ਅੰਦਰ ਵਾਹਿਗੁਰੂ ਦਾ ਗੁਰਮੰਤਰ ਨਾਮ ਆਪ ਜੀ ਨੇ ਬਖਸ਼ਿਆ ਅਤੇ ਸ਼ੁਭ ਗੁਣਾਂ ਦਾ ਜਨੇਊ ਗੁਰੂ ਨਾਨਕ ਸਾਹਿਬ ਜੀ ਦਾ ਬਖਸ਼ਿਆ ਹੋਇਆ ਧਾਰਨ ਕਰ ਲਿਆ ਹੈ। ਬਾਹਰ ਦੀ ਰੱਖਿਆ ਵਾਸਤੇ ਸ੍ਰੀ ਸਾਹਿਬ ਗਾਤਰਾ ਪਹਿਨਿਆ ਹੈ ਜਨੇਊ, ਉੱਪਰ ਲੋਕ ਵਿੱਚ ਰੱਖਿਆ ਕਰਨ ਵਾਸਤੇ ਸ਼ੁਭ ਗੁਣਾਂ ਦਾ ਅਤੇ ਨਾਮ ਦਾ ਜਨੇਊ ਧਾਰਨ ਕਰ ਲਿਆ ਹੈ। ਇਵੇਂ ਆਪ ਜੀ ਦਾ ਬਾਕੀ ਕੀ ਹੁਕਮ ਹੈ। ਮਹਾਰਾਜ ਕਹਿਣ ਲੱਗੇ ਕਿ ਭਾਈ ਦਇਆ ਸਿੰਘ ਜੀ ਜਿਵੇਂ ਆਪ ਜੀ ਨੇ ਕਿਹਾ ਬਿਲਕੁਲ ਠੀਕ ਹੈ। ਉਸ ਵਕਤ ਬਚਨ ਕੀਤਾ ਵੀ ਜਿਹੜਾ ਕੋਈ ਗੁਰੂ ਕਾ ਸਿੱਖ ਹੋ ਕਿਵੇਂ ਜਨੇਊ ਬ੍ਰਾਹਮਣਾਂ ਦੀ ਰੀਤ 'ਚ ਕਰੇਗਾ ਪਾਏਗਾ,
ਉਹ ਵੱਡਾ ਜਿਹੜਾ ਤਨਖਾਹੀਆ ਹੋਊ। ਅਤੇ ਜੇ ਕੋਈ ਸਿੱਖ ਉਸ ਨੂੰ ਕਹੂਗਾ ਜਨੇਊ ਪਾਉਣ ਵਾਸਤੇ ਵੀ ਤੂੰ ਜਨੇਊ ਪਾ ਸਿੱਖ ਨੂੰ, ਉਹ ਉਸ ਤੋਂ ਵੱਡਾ ਤਨਖਾਹੀਆ ਹੋਵੇਗਾ। ਇਵੇਂ ਉਹ ਸਤਿਗੁਰੂ ਜੀ ਨੇ ਕੌਤਕ ਕੀਤਾ। ਅਸੀਂ ਗੁਰੂ ਜੀ ਦੀ ਸਿੱਖਿਆ ਮੰਨਣੀ ਸਾਨੂੰ ਚਾਹੀਦੀ ਹੈ। ਅੱਗੇ ਸਤਿਗੁਰੂ ਮਹਾਰਾਜ ਜੀ ਨੇ ਜਿਵੇਂ ਖੇਤ ਨੂੰ ਹਰਿਆ ਕੀਤਾ, ਉਹ ਪ੍ਰਸੰਗ ਅੱਜ ਆ ਰਿਹਾ, ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਵਾਓ ਸੀਸ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਬਰ ਆਨਨ ਤੇ ਬਰ ਦੇਹੋ ਗੁਰੂ। ਸਭ ਤੋਂ ਪਹਿਲਾਂ ਭਾਈ ਸੰਤੋਖ ਸਿੰਘ ਜੀ ਪ੍ਰਸੰਗ ਨੂੰ ਆਰੰਭ ਕਰਨ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਕਿ ਇਹ ਜਿਹੜਾ ਗ੍ਰੰਥ ਆਰੰਭਿਆ ਹੈ ਮਹਾਰਾਜ, ਤੁਹਾਡੀ ਕਿਰਪਾ ਨਾਲ ਨਿਰਵਿਘਨਤਾ ਦੇ ਸਹਿਤ ਸੰਪੂਰਨ ਹੋ ਜਾਵੇ। ਕਹਿੰਦੇ ਹੈ, ਹੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ, ਆਪਣੇ ਸ੍ਰੇਸ਼ਟ ਮੁਖ ਤੋਂ ਜਿਹੜਾ ਸ੍ਰੇਸ਼ਟ ਵਾਰ ਹੈ, ਸ੍ਰੇਸ਼ਟ ਜਿਹੜਾ ਬਲ ਹੈ, ਆਤਮਿਕ ਬਲ, ਸ੍ਰੇਸ਼ਟਤਾਈ ਗੁਰੂ ਜੀ ਆਪਣੇ ਮੁਖ ਤੋਂ ਇਵੇਂ ਸਾਨੂੰ ਮਹਾਨ ਸ੍ਰੇਸ਼ਟ ਵਰ ਦਿਓ। ਵਰ ਗ੍ਰੰਥ ਸੰਪੂਰਨ ਹੋਏ ਅਬੈ। ਜਿਸ ਕਰਕੇ ਐਸਾ ਵਰ ਦਿਓ, ਇਹ ਜਿਹੜਾ ਸ੍ਰੇਸ਼ਟ ਗ੍ਰੰਥ ਹੈ ਗੁਰੂ ਨਾਨਕ ਪ੍ਰਕਾਸ਼, ਤੁਹਾਡੀ ਮਿਹਰ ਨਾਲ ਮਹਾਰਾਜ ਇਹ ਸ੍ਰੇਸ਼ਟ ਗ੍ਰੰਥ ਹੋਏ ਅਬੈ ਛੇਤੀ ਜਿਹੜਾ ਸੰਪੂਰਨ ਹੋ ਜਾਵੇ। ਮਰਾਦ ਅਬੇ ਤੋਂ ਵੀ ਛੇਤੀ ਨਾਲ ਸੰਪੂਰਨ ਹੋ ਜਾਵੇ। ਜੋ ਬਾਰ ਗ੍ਰੰਥ ਮਨ ਨੂੰ ਭਾਉਣ ਵਾਲਾ ਗ੍ਰੰਥ ਹੈ, ਸਾਡੇ ਮਨ ਨੂੰ ਕਹਿੰਦੇ ਭਾਰਿਆ ਹੈ। ਜਿਹੜੇ ਸੁਣਨਗੇ ਪੜ੍ਹਨਗੇ ਉਹਨਾਂ ਨੂੰ ਵੀ ਇਹ ਗ੍ਰੰਥ ਭਾਵੇਗਾ। ਇਵੇਂ ਉਹ ਸ੍ਰੇਸ਼ਟ ਗੁਰੂ ਨਾਨਕ ਪ੍ਰਕਾਸ਼ ਇਹ ਗ੍ਰੰਥ ਮਹਾਰਾਜ ਜਿਸ ਕਰਕੇ ਛੇਤੀ ਸੰਪੂਰਨ ਹੋ ਜਾਵੇ, ਤੁਹਾਡੀ ਮਿਹਰ ਨਾਲ ਐਸਾ ਆਪਣੇ ਸ੍ਰੇਸ਼ਟ ਮੁਖ ਤੋਂ ਸ੍ਰੇਸ਼ਟ ਹੀ ਵਰ ਦਿਓ ਜੀ। ਬਲ ਜਾਏ ਕਵੀ ਤੁਮਰੋ ਬਲ ਪਾਏ। ਮਹਾਰਾਜ ਮੈਂ ਬਲਹਾਰ ਸਦਕੇ ਜਾਨਾ ਹਾਂ, ਜਿਸ ਕਰਕੇ ਤੁਹਾਡਾ ਬਲ ਪਾ ਕੇ ਕਰੋ ਕਵਿਤਾ ਸ਼ੁਭ ਛੰਦ ਸਬੈ। ਕਿ ਜਿਸ ਕਰਕੇ ਤੁਹਾਡਾ ਬਲ ਪਾ ਕੇ ਜਿਹੜੀ ਚੰਗੀ ਕਵਿਤਾ ਹੈ, ਸਾਰੀ ਇਹ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਕਵਿਤਾ ਸ਼ੁਭ ਛੰਦਾਂ, ਚੰਗੇ ਛੰਦਾਂ, ਚੰਗੇ ਜਿਹੜੇ ਕਾਵ ਰਚਨਾ ਵਿੱਚ ਮੈਂ ਕਰ ਸਕਾਂ। ਬਲਹੀਨ ਕਰੋ ਬਿਗਨਾ ਸਭ ਹੀ। ਸਾਰੇ ਜਿਹੜੇ ਕੋਈ ਗ੍ਰੰਥ ਲਿਖਦਿਆਂ ਮਹਾਰਾਜ ਵਿਘਨ ਪੈਣ ਵਾਲੇ, ਰੁਕਾਵਟਾਂ ਪੈਣ ਵਾਲੀਆਂ ਹੈ, ਉਹਨਾਂ ਸਾਰੀਆਂ ਵਿਘਨਾਂ ਰੁਕਾਵਟਾਂ ਨੂੰ ਬਲਹੀਣਾ ਕਰ ਦਿਓ, ਨਾਸ ਕਰੋ ਜੀ। ਗੁਰ ਕੀਰਤ ਗ੍ਰੰਥ ਸੋ ਹੋਏ ਤਬੈ। ਜਿਸ ਕਰਕੇ ਜਿਹੜੀ ਗੁਰੂ ਦੀ ਕੀਰਤੀ ਵਡਿਆਈ ਜਸ ਹੈ, ਮਹਿਮਾ ਹੈ, ਉਹ ਜਿਹੜਾ ਗ੍ਰੰਥ ਗੁਰੂ ਨਾਨਕ ਪ੍ਰਕਾਸ਼ ਮਹਾਰਾਜ ਤਾਂ ਹੀ ਇਹ ਪੂਰਾ ਹੋ ਸਕਦਾ ਹੈ ਜੇ ਆਪ ਜੀ ਦੀ ਮਿਹਰ ਨਾਲ ਸਾਰੇ ਵਿਘਨ ਰੁਕਾਵਟਾਂ ਤੁਸੀਂ ਨਾਸ ਕਰ ਦਿਓ। ਵਿਗਨਾਤਮ ਰੂਪ ਮਾਵਸ ਕੋ। ਇਵੇਂ ਮਹਾਰਾਜ ਇਹ ਜਿਹੜਾ ਵਿਘਨਾ ਦਾ ਹਨੇਰਾ ਹੈ, ਵਿਘਨਾ ਦੇ ਹਨੇਰੇ ਰੂਪੀ ਅਮੱਸਿਆ ਨੂੰ ਯਹ ਗ੍ਰੰਥ ਦੁਤੀ ਦੁੱਤ ਚੰਦ ਫਬੈ। ਇਹ ਜਿਹੜਾ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਹੈ, ਜਿਵੇਂ ਚੰਦਰਮਾ ਹੁੰਦਾ ਨਾ ਦੂਜਦਾ, ਅਤੇ ਲੋਕ ਉਹਨੂੰ ਉਹਦੀ ਬੜੀ ਚਾਹਨਾ ਕਰਦੇ, ਮੱਥੇ ਟੇਕਦੇ ਚੰਦਰਮਾ ਦੂਜਦੇ ਨੂੰ, ਜਿਹੜਾ ਮੱਸਿਆ ਤੋਂ ਬਾਅਦ ਚੜ੍ਹਦਾ ਹੈ, ਉਹਨੂੰ ਇਸ ਕਰਕੇ ਮੱਥੇ ਟੇਕਦੇ ਆ ਵੀ ਉਹਨੂੰ ਕਲੰਕ ਕੋਈ ਨਹੀਂ ਹੁੰਦਾ। ਜਦੋਂ ਵੱਡਾ ਹੋ ਜਾਂਦਾ ਉਹ 'ਤੇ ਕਲੰਕ ਦਿਖਣ ਲੱਗ ਪੈਂਦਾ ਹੈ। ਜਿਵੇਂ ਉਹਨੂੰ ਪਵਿੱਤਰ ਜਾਣ ਕੇ ਮੱਥੇ ਟੇਕਦੇ ਹੈ, ਇਵੇਂ ਮਹਾਰਾਜ ਇਹ ਜਿਹੜੀ ਗ੍ਰੰਥ ਦੀ ਦੂਜਦੇ ਚੰਦਰਮਾ ਵਾਂਗ ਬੜੀ ਜਿਹੜੀ ਸੋਭਾ ਫੱਬੇ, ਬੜੀ ਇਹਦੀ
ਬਨਾਵਟ ਫੱਬੇ, ਜਿਸ ਕਰਕੇ ਸਾਰੇ ਇਸ ਗ੍ਰੰਥ ਨੂੰ ਮੰਨਣ ਪੂਜਣ ਆ ਪੂਜਾ ਕਰਨ। ਸ੍ਰੀ ਬਾਲਾ ਸੰਦਰਵਾਚ। ਭਾਈ ਬਾਲਾ ਜੀ ਸੰਧੂ ਗੋਦ ਦੇ ਗੁਰੂ ਨਾਨਕ ਸਾਹਿਬ ਜੀ ਨੂੰ ਕਥਾ ਸਰਵਣ ਕਰਾਉਂਦੇ ਹੋਏ ਕਹਿੰਦੇ, ਮਹਾਰਾਜ ਜੀ ਅੱਗੇ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਸਰਵਣ ਕਰੋ। ਦੋਹਰਾ ਤਹਿ ਪਾਛੇ ਸ੍ਰੀ ਸਤਿਗੁਰੂ। ਇਹ ਗੁਰੂ ਅੰਗਦ ਦੇ ਮਹਾਰਾਜ ਜੀ ਇਵੇਂ ਗੋਪਾਲ ਪਾਂਧੇ ਨੂੰ ਗੁਰੂ ਨਾਨਕ ਸਾਹਿਬ ਜੀ ਉਪਦੇਸ਼ ਕਰਕੇ ਬ੍ਰਹਮ ਗਿਆਨ ਬਖਸ਼ ਕੇ ਉਸ ਤੋਂ ਬਾਅਦ ਸੋਭਾ ਵਾਲੇ ਸ਼੍ਰੋਮਣੀ ਸਤਿਗੁਰੂ ਨਾਨਕ ਸਾਹਿਬ ਜੀ ਕਰ ਬਹੁ ਆਪਨ ਦੁਰਾਵ। ਆਪਣੇ ਆਪ ਦਾ ਜਿਹੜਾ ਛਪਾਓ ਹੈ ਬਹੁਤਾ ਹੀ ਕਰਨ ਲੱਗ ਪਏ। ਮਤ ਸੁਭਾਵ ਆਨੰਦ ਮਹਿ। ਇਵੇਂ ਆਪਣਾ ਜਿਹੜਾ ਸੁਭਾਅ ਹੈ ਉਹ ਆਨੰਦ ਵਿੱਚ ਹੀ ਗੁਰੂ ਜੀ ਰਹਿੰਦੇ ਹੈ। ਜਿਵੇਂ ਆ ਮਸਤ ਸੁਭਾਅ ਹੁੰਦਾ ਹੈ, ਮਸਤ ਸੁਭਾਅ ਵਿੱਚ ਆਨੰਦ ਵਿੱਚ ਹੀ ਆਪਣੇ ਰਹਿੰਦੇ ਹੈ। ਕਰਹਿ ਨਾ ਕਛੂ ਲਖਾਵ। ਆ ਕਿਸੇ ਨੂੰ ਜਨਾਉਣਾ ਨਹੀਂ ਕਰਦੇ ਵੀ ਅਸੀਂ ਪਰਮੇਸ਼ਰ ਰੂਪ ਹਾਂ। ਚੌਪਈ ਉਦਾਸੀਨ ਬ੍ਰਿਤ ਰਹਿ ਅਧੂਰਾ। ਉਦਾਸੀਨ ਬ੍ਰਿਤ ਰਹਿ ਅਰੂਡਾ। ਉਦਾਸੀਨ ਬ੍ਰਿਤ ਰਹਿ ਅਰੂਡਾ। ਐਵੇਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਉਪਰਾਮਤਾ ਦੀ ਬਿਰਤੀ ਵਿੱਚ ਹੀ ਐਵੇਂ ਸਥਿਤ ਰਹਿੰਦੇ ਆ, ਟਿਕੇ ਰਹਿੰਦੇ ਉਪਰਾਮਤਾ ਵਿੱਚ ਹੀ। ਜਾਂਤੇ ਲਖ ਨਾ ਸਕਹਿ ਨਰ ਮੋਢਾ। ਐਵੇਂ ਜਿਹੜੇ ਮੂਰਖ ਲੋਕ ਹੈ ਆ ਗੁਰੂ ਨਾਨਕ ਦੇ ਮਹਾਰਾਜ ਨੂੰ ਇਸ ਵਾਸਤੇ ਜਾਣ ਹੀ ਨਹੀਂ ਸਕਦੇ ਕਿ ਗੁਰੂ ਜੀ ਜਿਹੜੀ ਆਪਣੀ ਬਿਰਤੀ ਹੈ ਉਹ ਤੇ ਉਪਰਾਮਤਾ ਇਸ ਸੰਸਾਰ ਦੇ ਵੱਲੋਂ ਰੱਖ ਕੇ ਉਪਰਾਮਤਾ ਵਿੱਚ ਹੀ ਬਿਰਤੀ ਇਵੇਂ ਟਿਕਾਓ ਸਥਿਤ ਰੱਖਦੇ ਹੈ। ਮੂਰਖ ਲੋਕ ਗੁਰੂ ਜੀ ਨੂੰ ਜਾਣ ਨਹੀਂ ਸਕਦੇ ਕਿ ਗੁਰੂ ਨਾਨਕ ਸਾਹਿਬ ਜੀ ਕਿੰਨੇ ਮਹਾਨ ਹਨ। ਹੀਰਨ ਹੇਤ ਨਾ ਖੋਲਹਿ ਨੈਣਾ। ਕੋਈ ਆਈ ਜਾਵੇ ਕੋਈ ਜਾਈ ਜਾਵੇ ਵੀ ਅਸੀਂ ਉਹਨਾਂ ਨੂੰ ਵੇਖ ਹੀ ਲਈਏ ਕੌਣ ਲੰਘਿਆ ਕਿਹੜਾ ਗਿਆ ਹੈ। ਮਹਾਰਾਜ ਐਵੇਂ ਨੇਤਰ ਹੀ ਨਹੀਂ ਖੋਲ੍ਹਦੇ ਵੇਖਣ ਵਾਸਤੇ। ਚੰਚਲ ਅਦਰ ਨਾ ਕਰ ਹਿਤ ਬੈਨਾ। ਬਚਨ ਵੀ ਬਚਣੀ ਕੋਈ ਬੋਲ ਲਈਏ ਬਚਨ ਬੋਲਣ ਵਾਸਤੇ ਆ ਜਿਹੜੇ ਬੁੱਲ ਹੋਂਠ ਹੈ ਬੜੇ ਚੰਚਲ, ਉਹਨਾਂ ਨੂੰ ਚੰਚਲ ਨਹੀਂ ਕਰਦੇ, ਭਾਵ ਮੁੱਖੋਂ ਕੁਝ ਨਹੀਂ ਬੋਲਦੇ, ਇਵੇਂ ਚੁੱਪ ਹੀ ਰਹਿੰਦੇ ਹਨ। ਸਹਿਜ ਸੁਭਾਇਕ ਕਿਰਿਆ ਰਖੀ ਕੈ। ਇਵੇਂ ਜਿਹੜੀ ਇੰਦਰੀਆਂ ਗਿਆਨ ਇੰਦਰੀਆਂ ਦੀ ਜਿਹੜੀ ਕਿਰਿਆ ਹੈ ਉਹ ਵੀ ਸਹਿਜ ਸੁਭਾਅ ਸੁੱਤੇ ਸਿੱਧ ਹੀ। ਹੋਏ ਤਾਂ ਹੋਏ ਨਿਤ ਥਿਰ ਬਿਦ ਨੀਕੇ। ਹੋਏ ਤਾਂ ਹੋਏ ਨਤ ਥਿਰ ਬਿਦ ਨੀਕੇ। ਕਿ ਜੇ ਉਹ ਇੰਦਰੀਆਂ ਕਰਮ ਇੰਦਰੀਆਂ ਦੀ ਗਿਆਨ ਇੰਦਰੀਆਂ ਦੀ ਆ ਹੋ ਜਾਵੇ ਕਿਤੇ ਸੁੱਤੇ ਸਿੱਧੀ ਐਵੇਂ ਹਰਕਤ ਵਿੱਚ ਤੇ ਹੋ ਜਾਂਦੀਆਂ, ਨਹੀਂ ਤਾਂ ਗੁਰੂ ਜੀ ਐਵੇਂ ਚੰਗੀ ਤਰ੍ਹਾਂ ਸਥਿਤ ਟਿਕਾਓ ਵਿੱਚ ਹੀ ਰੱਖਦੇ ਐ। ਅੰਤਰਮੁਖੀ ਬ੍ਰਿਤ ਦਿਨ ਰਹਿਣਾ। ਟਿਕੀਆਂ ਰਹਿੰਦੀਆਂ ਆਪਣੇ ਆਪ ਹੀ ਕੋਈ ਕਿਰਿਆ ਕਰ ਲੈਣ ਤੇ ਕਰ ਲੈਣ, ਨਹੀਂ ਤਾਂ ਉਹ ਇੰਦਰੀਆਂ ਗੁਰੂ ਜੀ ਦੀਆਂ ਸਥਿਤੀ ਰਹਿੰਦੀਆਂ ਇੱਕ ਥਾਂ ਟਿਕੀਆਂ। ਜਿਹੜੀ ਗੁਰੂ ਜੀ ਦੀ ਬਿਰਤੀ ਹੈ ਉਹ ਗੁਰੂ ਜੀ ਨੇ ਮਨ ਦੀ ਬਿਰਤੀ ਐਵੇਂ ਅੰਤਰਮੁਖੀ ਆ ਕੀਤੀ ਹੋਈ ਹੈ। ਰਾਤ ਦਿਨ ਸੰਸਾਰ ਦੀ ਜਿਹੜੀ ਬਹਿਰਮੁਖ ਬਿਰਤੀ ਹੈ ਉਹਨੂੰ ਵਿਸਾਰਿਆ ਹੋਇਆ ਹੈ। ਕਰ ਰਾਖੀ ਸ਼੍ਰੀ ਪੰਕਜ ਨੈਣਾ। ਐਵੇਂ ਸ਼੍ਰੋਮਣੀ ਸਤਿਗੁਰੂ ਜਿਨ੍ਹਾਂ ਦੇ ਨੇਤਰਾ ਕਵਲ ਦੀਆਂ ਪੱਤੀਆਂ ਵਰਗੇ ਆ ਚੌੜੇ, ਉਹਨਾਂ ਨੇ ਰਾਤ ਦਿਨ ਜਿਹੜੀ ਆਪਣੀ ਚਿੱਤ ਦੀ ਮਨ ਦੀ ਬਿਰਤੀ ਹੈ ਅੰਤਰਮੁਖੀਆ ਕਰਕੇ ਰੱਖੀ ਹੋਈ ਹੈ। ਬਾਹਰ ਦੇ ਪਦਾਰਥਾਂ ਨੂੰ ਨਹੀਂ ਗ੍ਰਹਿਣ ਕਰਦੀ। ਜਗਤ ਅਸਾਰ ਖੇਲ ਜਿਵ ਸਿਸਕੀ। ਜਿਵੇਂ ਆ ਬੱਚਿਆਂ ਦੀ ਖੇਡ ਹੁੰਦੀ ਹੈ ਕਿ ਉਹ ਐਵੇਂ ਉਹ ਮਿੱਟੀ ਦੇ ਘਰ ਜੇ ਬਣਾ ਲੈਂਦੇ ਹੈ, ਕਦੀ ਢਾਹ ਦਿੰਦੇ ਹੈ, ਸਵੇਰੇ ਬਣਾ ਲੈਂਦੇ ਸ਼ਾਮ ਨੂੰ ਢਾਹ ਦਿੰਦੇ ਹੈ। ਬੱਚਿਆਂ ਦੀ ਖੇਡ ਵਾਂਗ ਹੀ
ਅੱਜ ਜਗਤ ਨੂੰ ਅਸਤ ਝੂਠਾ ਜਾਣਿਆ ਹੈ। ਸੰਸਾਰ ਦੀ ਖੇਡ, ਸੰਸਾਰ ਨੂੰ ਝੂਠਾ ਜਾਣਿਆ ਬੱਚਿਆਂ ਦੀ ਖੇਲ ਵਾਂਗੂ। ਅਸ ਲਖ ਕਰਹਿ ਨਾ ਕਾਂਖਾ ਕਿਸ ਕੀ। ਇਵੇਂ ਜਾਣ ਕੇ ਕਿਸੇ ਜਿਹੜੀ ਕੋਈ ਇੱਛਾ ਨਹੀਂ ਕਰਦੇ ਕਿਸੇ ਤਰ੍ਹਾਂ ਦੀ ਵੀ ਆਹ ਕਰ ਲਈਏ, ਆਹ ਕੰਮ ਕਰ ਲਈਏ। ਨਰ ਨਾਰੀ ਭਖ ਹੈ ਅਸਰੀਤੀ। ਇਵੇਂ ਗੁਰੂ ਜੀ ਨੂੰ ਦੇਖ ਕੇ ਜਿਹੜੇ ਨਗਰ ਦੇ ਨਰ ਬੰਦੇ ਐ ਤੇ ਮਾਈਆਂ ਔਰਤਾਂ ਵੇਖ ਕੇ ਇਵੇਂ ਮੂੰਹੋਂ ਕਹਿੰਦੇ ਐ, ਕਾਲੂ ਸੁਤ ਕੀ ਮਤ ਵਿਪਰੀਤੀ। ਕਹਿੰਦੇ ਵੀ ਵੇਖੋ ਬਾਬਾ ਕਲਿਆਣ ਚੰਦ ਦੇ ਪੁੱਤਰ ਦੀ ਜਿਹੜੀ ਮਤ ਅਗਲ ਹੈ ਉਹ ਤੇ ਵੀ ਉਲਟ ਪੁਲਟੀ ਹੋ ਗਈ ਐ। ਆਗੇ ਕਹਿਤ ਬੈਨ ਗੁਨਸਾਲੀ। ਆ ਵੀ ਪਹਿਲਾਂ ਤੇ ਉਹ ਕੋਈ ਬੁਲਾਉਂਦਾ ਸੀ ਤੇ ਬੜੇ ਉਹ ਬਚਨ ਕਹਿੰਦੇ ਸੀ ਜਿਹੜੇ ਗੁਣਾਂ ਦੇ ਘਾਰੀ ਬਚਨ ਸਨ ਤੇ ਮੁਖੋਂ ਬੜੇ ਸੋਹਣੇ ਬਚਨ ਕਹਿੰਦੇ ਸੀ। ਜਿਵੇਂ ਵੀ ਗੁਣਸਾਲੀ ਜੋ ਗੁਣਾਂ ਦੇ ਘਰ ਗੁਰੂ ਨਾਨਕ ਸਾਹਿਬ ਜੀ ਹੈ, ਆ ਪਹਿਲਾਂ ਦੇ ਬੜੇ ਬਚਨ ਕਹਿੰਦੇ ਸੀ, ਗੱਲਾਂ ਕਰਦੇ ਹੁੰਦੇ ਸੀ। ਕੀਯ ਤੂਸ਼ਣ ਅਬ ਕੌਣ ਕੁਚਾਲੀ। ਆ ਹੁਣ ਤੇ ਚੋਪੀ ਹੋ ਗਏ ਐ, ਬੁਲਾਇਆ ਬੋਲਦੇ ਨੇ ਕੀ ਇਹਨਾਂ ਨੇ ਖੋਟੀ ਚਾਲ ਫੜੀ ਹੋਈ ਐ। ਢੀਠ ਲੱਗੀ ਨਰ ਨਾਰਨ ਕੇਰੀ। ਢੀਠ ਲੱਗੀ ਨਰ ਨਾਰਨ ਕੇਰੀ। ਤੇ ਜਿਹੜੇ ਮੈਂ ਮੂਰਖ ਹੈ ਨਾ ਉਹ ਇਵੇਂ ਕਹਿੰਦੇ ਆ ਬੰਦੇ ਮਾਈਆਂ ਔਰਤਾਂ, ਕਹਿੰਦੇ ਵੀ ਇਸ ਕਾਲੂ ਦੇ ਸੁਪੁੱਤਰ ਨੂੰ ਤੇ ਆ ਕਿਸੇ ਦੀ ਨਜ਼ਰ ਹੀ ਲੱਗ ਗਈ ਐ। ਜਿਹੇ ਮਸਤਾਨੀ ਤੌਰ ਕਨੇਰੀ। ਆ ਕਿਸੇ ਦੀ ਮਾੜੀ ਨਜ਼ਰ ਹੀ ਲੱਗ ਗਈ ਹੈ ਕਿਸੇ ਪੁਰਸ਼ ਦੀ, ਕਿਸੇ ਬੰਦੇ ਦੀ, ਤਾਂ ਹੀ ਉਹ ਜਿਹੜੇ ਐਵੇਂ ਹਾਲਤ ਉਹਨਾਂ ਦੀ ਮਸਤਾਨੀ ਦੀਵਾਨੀ ਹੋ ਗਈ ਹੈ, ਤੌਰ ਤਰੀਕਾ ਵੀ ਉਹਨਾਂ ਦਾ ਬਦਲ ਗਿਆ ਹੈ। ਭੂਤ ਪ੍ਰੇਤ ਕੀ ਭਈ ਕੇ ਛਾਇਆ। ਇਵੇਂ ਕਹਿੰਦੇ ਵੀ ਸਮਝ ਲੋਗ, ਕਹਿੰਦੇ ਜਾਂ ਤੇ ਭੂਤ ਦੀ ਛਾਇਆ ਪੈ ਗਈ ਹੈ ਜਾਂ ਪ੍ਰੇਤ ਦੀ ਛਾਇਆ ਪੈ ਗਈ ਗੁਰੂ ਨਾਨਕ ਸਾਹਿਬ ਉੱਪਰ। ਸੋਨਨ ਕਹਿਨ ਜਿਨ ਸਭ ਬਿਸਰਾਇਆ। ਜਿਸ ਭੂਤ ਨੇ ਕਿਆ ਕਿਸੇ ਦੀ ਗੱਲ ਸੁਣ ਲੈਣ ਜਾਂ ਕਿਸੇ ਨੂੰ ਅੱਗੋਂ ਜਵਾਬ ਵਿੱਚ ਕਹਿ ਦੇਣ, ਇਹ ਸਾਰਾ ਜਿਸ ਭੂਤ ਨੇ ਭੁਲਾਇਆ ਹੀ ਹੋਇਆ ਹੈ। ਐਸੇ ਭੂਤ ਪ੍ਰੇਤ ਦੀ ਇਹਨਾਂ ਉੱਪਰ ਛਾਇਆ ਹੋ ਗਈ ਹੈ। ਕਸ਼ਕ ਦਿਵਸ ਬੀਤੇ ਅਸਰੀਤੀ। ਇਸ ਤਰ੍ਹਾਂ ਦੇ ਨਾਲ ਆ ਕੁਝ ਕੁ ਦਿਨ ਗੁਰੂ ਨਾਨਕ ਸਾਹਿਬ ਜੀ ਦੇ ਲੰਘ ਗਏ, ਬੀਤ ਗਏ। ਇੱਕ ਸਮਾਂ ਕਾਲੂ ਕਰ ਪ੍ਰੀਤੀ। ਇੱਕ ਦਿਨ ਦੀ ਗੱਲ ਹੈ, ਬਾਬਾ ਕਲਿਆਣ ਚੰਦ ਜੀ ਨੇ ਬੜਾ ਪ੍ਰੀਤੀ ਪ੍ਰੇਮ ਪਿਆਰ ਕਰਕੇ ਅੰਕ ਵਿਸਾਏ ਸੀਸ ਕਰ ਫੇਰਾ। ਐਵੇਂ ਗੁਰੂ ਨਾਨਕ ਸਾਹਿਬ ਜੀ ਨੂੰ ਪਕੜ ਕਰਕੇ ਆਪਣੀ ਗੋਦੀ ਵਿੱਚ ਬਿਠਾਇਆ ਹੈ ਤੇ ਸੀਸ ਉੱਪਰ ਇਵੇਂ ਪਿਆਰ ਨਾਲ ਹੱਥ ਜਾ ਫੇਰਿਆ ਹੈ। ਸੂੰਗਤ ਮਸਤਕ ਆਨੰਦ ਕਨੇਰਾ। ਗੁਰੂ ਜੀ ਦਾ ਪਵਿੱਤਰ ਚੌੜਾ ਜਿਹੜਾ ਮਸਤਕ ਮੱਥਾ ਹੈ ਉਸ ਨੂੰ ਚੁੰਮਿਆ ਹੈ, ਬੜਾ ਆਨੰਦ ਹੋ ਰਿਹਾ ਹੈ। ਹੀਰ ਤਾਤ ਕੋ ਹਿਰਦੈ ਵਿਚਾਰਾ। ਐਵੇਂ ਆਪਣੇ ਪੁੱਤਰ ਨੂੰ ਦੇਖ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਤੇ ਬਾਬਾ ਕਲਿਆਣ ਚੰਦ ਜੀ ਨੇ ਹਿਰਦੇ 'ਚ ਐਵੇਂ ਵਿਚਾਰਿਆ ਹੈ। ਮਤ ਪ੍ਰਕਾਸ਼ ਹੈ ਕਰਤਿਉ ਕਾਰਾ। ਐਵੇਂ ਵਿਚਾਰਿਆ ਹੈ ਕਿ ਜੇ ਇਹ ਕੋਈ ਕੰਮਕਾਰ ਕਰਨ ਲੱਗ ਪੈਣ, ਕੋਈ ਕੰਮ ਕਰਨ, ਕਿਸੇ ਕੰਮ 'ਚ ਲੱਗ ਜਾਣ, ਇਹਨਾਂ ਦੀ ਮਤ ਪ੍ਰਕਾਸ਼ 'ਚ ਆਵੇਗੀ। ਅਕਲ ਮਤ ਜਿਹੜੀ ਹੈ ਉਹ ਕੰਮ ਕਰਨ ਲੱਗ ਜਾਵੇਗੀ। ਜਾਂ ਤੇ ਕਾਰ ਕਰਾਉ ਜੇ ਥੋਰੀ। ਇਸ ਵਾਸਤੇ ਜੇ ਮੈਂ ਆ ਥੋੜਾ ਬਹੁਤ ਇਹਨਾਂ ਕੋ ਕੋਈ ਨਾ ਕੋਈ ਕੰਮ ਕਾਰ ਕਰਾਉਂਦਾ ਹੀ ਰਵਾਂ, ਕਰਾਵਾਂ। ਸਨਾ ਸਨਾ ਪਰਚਾ ਸਭ ਠੋਰੀ। ਆਪੇ ਕੰਮ ਵਿੱਚ ਲੱਗ ਜਾਣਗੇ ਤੇ ਹੌਲੀ ਹੌਲੀ ਸਾਰੇ ਕੰਮਾਂ ਵਿੱਚ ਸਾਰੇ ਥਾਵਾਂ ਤੇ ਪਰਚ ਜਾਣਗੇ। ਆ ਜਿਹੜਾ ਉਦਾਸ ਜਿਹਾ ਹੋਏ ਰਹਿੰਦੇ ਐ ਆਪੇ ਹੀ ਹਟ ਜਾਣਗੇ, ਛੱਡ ਦੇਣਗੇ ਉਦਾਸੀ। ਅਸਬਿਦ ਲਖ ਕਾਲੂ ਮੁਖ ਭਾਖੀ। ਇਸ ਤਰ੍ਹਾਂ ਜਾਣ ਕੇ ਵਿਚਾਰ ਕੇ ਬਾਬਾ ਕਲਿਆਣ ਚੰਦ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਇਵੇਂ ਗੱਲ ਕਹੀ। ਗੋ ਮਹਿਖੀ ਚਾਰੋ ਕਰ ਰਾਖੀ। ਇਹ ਗੁਰੂ ਨਾਨਕ ਸਾਹਿਬ ਪੁੱਤਰ, ਆ ਜਿਹੜੀਆਂ ਆਪਣੀਆਂ ਗਾਵਾਂ ਮੱਝਾਂ ਇਹਨਾਂ ਨੂੰ ਤੁਸੀਂ ਚਾਰੋ, ਚਾਰਿਆ ਕਰੋ
ਤੇ ਨਾਲੇ ਰਾਖੀ ਕਰਿਆ ਕਰੋ। ਏਕ ਆਤਮਜ ਹਮਰੇ ਧਾਮ। ਵੇਖੋ ਪੁੱਤਰ ਜੀ ਗੁਰੂ ਨਾਨਕ ਸਾਹਿਬ ਜੀ ਅਸੀਂ ਹੋਰ ਕਿਹਨੂੰ ਆਖੀਏ, ਏਕੀ ਦੇ ਪੁੱਤਰ ਸਾਡੇ ਘਰ ਵਿੱਚ ਜੋ ਤੁਸੀਂ ਹੋ। ਕਹੇ ਬਿਦ ਸਰਾ ਕਰੇ ਬਿਨ ਕਾਮੂ। ਇਸ ਕਰਕੇ हे ਪੁੱਤਰ ਗੁਰੂ ਨਾਨਕ ਸਾਹਿਬ ਬਿਨਾ ਕੰਮ ਤੋਂ ਕਿਵੇਂ ਸਰੇਗਾ, ਕਿਵੇਂ ਗੁਜ਼ਾਰਾ ਹੋਊਗਾ। ਬੈਸਿਓ ਤਾਤ ਬਤੀਤ ਹੈ ਨਾਹੀ। ਪੁੱਤਰ ਗੁਰੂ ਨਾਨਕ ਸਾਹਿਬ ਬੈਠਿਆ ਪੁੱਤਰੇ ਜ਼ਿੰਦਗੀ ਨਹੀਂ ਲੰਘਦੀ, ਐਵੇਂ ਸਮਾਂ ਨਹੀਂ ਬੀਤਦਾ ਹੈ। ਕਰਹੁ ਕਾਰ ਨਿਜ ਮਨ ਪਰਚਾਹੀ। ਐਵੇਂ ਜਦੋਂ ਤੁਸੀਂ ਉਹ ਪਸ਼ੂ ਚਾਰੋਗੇ, ਕੰਮਕਾਰ ਕਰਿਆ ਕਰੋਗੇ ਤੇ ਤੁਹਾਡਾ ਜਿਹੜਾ ਆਪਣਾ ਮਨ ਉਹ ਵੀ ਪਰਚਾ ਰਹੇਗਾ, ਆਰੇ ਲੱਗੇ ਰਹੇਗੋ। ਸਦਾ ਉਦਾਸ ਰਹੇ ਮਨ ਤੇਰੋ। ਐਵੇਂ ਜਿਹੜਾ ਮੈਂ ਵੇਖ ਰਿਹਾ ਕਿ ਤੁਹਾਡਾ ਜਿਹੜਾ ਮਨ ਹੈ ਸਦਾ ਉਪਰਾਮ ਉਦਾਸ ਜਿਹਾ ਹੀ ਰਹਿੰਦਾ ਹੈ। ਪਰ ਚਹ ਪੁੰਨ ਹੋਏ ਸ਼ੀਰ ਬਧੇਰੋ। ਐਵੇਂ ਜਦੋਂ ਤੁਸੀਂ ਪਸ਼ੂ ਚਾਰੋਗੇ, ਕੰਮਕਾਰ ਲੱਗ ਜਾਓਗੇ, ਇੱਧਰ ਪਰਚ ਜਾਓਗੇ ਤੇ ਪੁੱਤਰ ਜੀ ਆ ਜਿਹੜੇ ਆਪਣੇ ਪਸ਼ੂ ਹੈ ਇਹ ਵੀ ਦੁੱਧ ਜ਼ਿਆਦਾ ਦੇਣਗੇ, ਐਵੇਂ ਬੜਾ ਦੁੱਧ ਵੱਧ ਜੂਗਾ। ਦਾਸ ਚਰਾਵਤ ਰੀਤ ਬਿਗਾਰੀ। ਬਾਕੀ ਆ ਜਿਹੜਾ ਦਾਸ ਹੈ ਇਹ ਪਸ਼ੂ ਤੇ ਚਾਰਦਾ ਪਰ ਰੀਤੀ ਜੀ ਵਿਗਾੜੀ ਹੋਈ ਹੈ। ਐਵੇਂ ਵਿਗੜਿਆ ਤਿਗੜਾ ਨਾਰਾਜ਼ ਜਿਹਾ ਹੋਇਆ ਹੈ ਕਿ ਜਿੱਥੇ ਆ ਘਾਹ ਚੰਗੀ ਹਰੀ ਹੁੰਦੀ ਉੱਥੇ ਤੇ ਖੜਦਾ ਕੋਈ ਨਹੀਂ। ਐਵੇਂ ਟਿੱਬਿਆਂ ਟੁੱਬਿਆਂ 'ਚ ਜਿੱਥੇ ਮਾਰੂ ਥਲ ਰੇਤਾ ਰੂਤਾ ਜੀ ਉੱਥੇ ਡੰਗਰ ਲਈ ਫਿਰਦਾ ਉਹ। ਹਰਤ ਤ੍ਰਿਣ ਤੁਮ ਆਨਹ ਚਾਰੀ। ਇਸ ਕਰਕੇ ਗੁਰੂ ਨਾਨਕ ਸਾਹਿਬ ਪੁੱਤਰ ਜੀ ਜਿੱਥੇ ਆ ਕੱਖ ਘਾਹ ਜਿਹੜਾ ਬੜਾ ਹਰਿਆ ਹਰਿਆ ਹੈ ਉੱਥੇ ਤੁਸੀਂ ਡੰਗਰ ਖੜੋ, ਪਸ਼ੂ ਖੜੋ ਤੇ ਚਾਰ ਕੇ ਘਰ ਨੂੰ ਲੈ ਕੇ ਆਇਆ ਕਰੋ। ਕਹਿਓ ਪ੍ਰੀਤ ਸੋ ਕਰਤ ਦੁਲਾਰਾ। ਐਵੇਂ ਬੜਾ ਲਾਡ ਪਿਆਰ ਵੀ ਕਰ ਰਹੇ ਐ, ਬੜੇ ਪ੍ਰੇਮ ਨਾਲ ਗੁਰੂ ਨਾਨਕ ਸਾਹਿਬ ਜੀ ਨੂੰ ਕਹਿ ਵੀ ਰਹੇ ਐ। ਸੋਨਾ ਸ਼੍ਰੀ ਨਾਨਕ ਭੇ ਅਨਸਾਰਾ। ਸੁਣ ਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਪਿਤਾ ਜੀ ਦੇ ਬਚਨਾਂ ਦੇ ਅਨੁਸਾਰੀ ਹੋ ਗਏ ਕਿ ਪਿਤਾ ਜੀ ਜਿਵੇਂ ਆਪ ਜੀ ਦੀ ਆਗਿਆ। ਕਹਿਤ ਪਿਤਾ ਜੀ ਭੋਰ ਸਿਧਾਉ। ਅਨੁਸਾਰੀ ਹੋਏ ਐ ਆਗਿਆ ਤੇ ਕਹਿੰਦੇ ਪਿਤਾ ਜੀ ਆ ਕੱਲ ਸਵੇਰ ਹੁੰਦਿਆਂ ਮੈਂ ਸਾਰੇ ਪਸ਼ੂ ਚਾਰਨ ਜਾਵਾਂਗਾ। ਤੁਮ ਰਜਾਏ ਤੇ ਚਾਰ ਲਿਆਓ। ਜਿਵੇਂ ਤੁਹਾਡੀ ਆਗਿਆ ਹੈ, ਤੁਹਾਡੀ ਆਗਿਆ ਮੰਨ ਕੇ ਮੈਂ ਕੱਲ ਤੋਂ ਪਸ਼ੂ ਖੜਿਆ ਕਰਾਂਗਾ ਤੇ ਚਾਰ ਕੇ ਲਿਆਵਾਂਗਾ। ਅਸ ਕਹਿ ਰੈਨ ਬਿਖੈ ਪਰਸੋਏ। ਇਸ ਤਰ੍ਹਾਂ ਕਹਿ ਕਰਕੇ ਮਹਾਰਾਜ ਜੀ ਐਵੇਂ ਰਾਤ ਹੋਈ ਹੈ ਤੇ ਪਲੰਘ ਪਰ ਸੌਂ ਗਏ, ਵਿਸ਼ਰਾਮ ਕਰਨ ਲੱਗ ਪਏ। ਜਿਨ ਦਾਸਨ ਕੇ ਬੰਦ ਬਿਗੋਏ। ਜਿਨ੍ਹਾਂ ਸਤਿਗੁਰਾਂ ਨੇ ਆਪਣੇ ਦਾਸਾਂ ਦੇ ਜਿਹੜੇ ਬੰਧਨ ਹੈ ਨਾਸ ਕੀਤੇ ਹੋਏ, ਦੂਰ ਕੀਤੇ ਹੋਏ ਐ। ਸ੍ਰੀ ਨਾਨਕ ਅਰਨੋਦੇ ਜੋਗ ਜਾਗੇ। ਐਵੇਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਜਾਗੇ, ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦਿਆਂ ਗੋ ਮਹਖੀ ਚਾਰਨ ਅਨਰਾਗੇ। ਵੀ ਗਾਵਾਂ ਮੱਝਾਂ ਜਿਹੜੀਆਂ ਉਹਨਾਂ ਨੂੰ ਚਾਰਨ ਦੇ ਵਾਸਤੇ ਬੜੇ ਪ੍ਰੇਮੀ ਪਿਆਰੇ ਹੋ ਰਹੇ ਮਹਾਰਾਜ ਜੀ। ਨਿਜ ਹੱਥਨ ਦਾਮਨ ਤੇ ਖੋਲੀ। ਆਪਣੇ ਹੱਥਾਂ ਨਾਲ ਜਿਹੜੀਆਂ ਉਹ ਗਾਵਾਂ ਮੱਝਾਂ ਦੀਆਂ ਰੱਸੀਆਂ ਉਹ ਖੋਲੀਆਂ ਹੈ। ਹਾਕਤ ਚਲੇ ਇਕੱਤਰ ਟੋਲੀ। ਹਾਂਕਤ ਚੱਲੇ ਇਕਤ ਕਰ ਟੋਲੀ। ਐਵੇਂ ਇੱਕ ਟੋਲੀ ਜੀ ਕਰਕੇ ਤੇ ਗੁਰੂ ਜੀ ਹਾਂਕਦੇ ਹੋਏ ਕਿ ਐਵੇਂ ਹਿੱਕਦੇ ਹੋਏ ਨਾਲ ਨਾਲ ਚੱਲੇ ਐ। ਲਏ ਲਸਟਕਾ ਦੇ ਦੇਤ ਹੰਗੂਰਾ। ਐਵੇਂ ਸੋਟੀ ਹੱਥ ਵਿੱਚ ਲਈ ਹੋਈ ਹੈ ਗੁਰੂ ਨਾਨਕ ਸਾਹਿਬ ਜੀ ਨੇ ਤੇ ਐਵੇਂ ਹੰਗੂਰਾ ਵਾਜਾ ਜਿਹਾ ਦਿੰਦੇ ਐ। ਚਾਰਤ ਹਰਤ ਤ੍ਰਿਣ ਸੁਖ ਪੂਰਾ। ਜੋ ਪੂਰਾ ਸੁਖ ਦੇਣ ਵਾਲੇ ਗੁਰੂ ਨਾਨਕ ਸਾਹਿਬ ਜੀ ਐਵੇਂ ਜਿਹੜਾ ਹਰਿਆ ਹਰਿਆ ਘਾਹ ਹੈ ਉਹਨੂੰ ਚਾਰ ਰਹੇ ਆ ਪਸ਼ੂਆਂ ਨੂੰ। ਮਨਹੁ ਗੋਪਾਲ ਜੋ ਪਾਸ਼ਲ ਨਾਮਾ। ਭਾਈ ਬਾਲਾ ਜੀ ਕਹਿੰਦੇ ਮਹਾਰਾਜ ਗੁਰੂ ਅੰਗਦ ਦੇਵ ਜੀ ਕਿ ਜੋ ਪਿਛਲਾ ਨਾਮ ਮਾਨੋ ਕਿ ਜੋ ਗੋਪਾਲ ਸੀ ਦੁਆਪਰ ਦੇ ਵਿੱਚ ਪ੍ਰਗਟ
ਕਰਤ ਹੈ ਜਨ ਸੁਖ ਧਾਮਾ। ਸੁੱਖਾਂ ਦੇ ਘਰ ਗੁਰੂ ਨਾਨਕ ਸਾਹਿਬ ਜੀ ਮਾਨੋ ਕਿ ਉਹ ਆਪਣਾ ਜਿਹੜਾ ਗੋਪਾਲ ਨਾਮ ਉਹੀ ਪ੍ਰਗਟ ਕਰ ਰਹੇ ਹੈ ਕਿ ਦੁਆਪਰ ਦੇ ਵਿੱਚ ਕ੍ਰਿਸ਼ਨ ਭਗਵਾਨ ਜਿਵੇਂ ਉਹ ਗਾਵਾਂ ਚਾਰਦੇ ਹੁੰਦੇ ਸੀ ਨਾ ਗਵਾਲੇ ਬਣ ਕੇ, ਤੇ ਮਹਾਰਾਜ ਜੀ ਨੂੰ ਭਾਈ ਗੋਪਾਲਾ ਜੀ ਤਥਾ ਭਾਈ ਸੰਤੋਖ ਸਿੰਘ ਜੀ ਕਹਿ ਰਹੇ ਹੈ ਕਿ ਮਾਨੋ ਕਿ ਗੁਰੂ ਨਾਨਕ ਸਾਹਿਬ ਜੀ ਤੇ ਉਹ ਦੁਆਪਰ ਦੀ ਰੀਤੀ ਨਾਲ ਆਪਣਾ ਨਾਮ ਜਿਹੜਾ ਪਿਛਲਾ ਗੋਪਾਲ ਹੈ ਉਹੀ ਪ੍ਰਗਟ ਕਰ ਰਹੇ ਐਵੇਂ ਗਾਵਾਂ ਮੱਝਾਂ ਨੂੰ ਚਾਰ ਕੇ। ਮੰਦ ਮੰਦ ਸ਼ੁਭ ਸੁਰਬੀ ਪਾਸ਼ੇ। ਇਵੇਂ ਹੌਲੀ ਹੌਲੀ ਬੜੀ ਚੰਗੀ ਜਿਹੜਾ ਗਾਵਾਂ ਹੈ ਮੱਝਾਂ ਹੈ ਉਹਨਾਂ ਦੇ ਪਿੱਛੇ ਪਿੱਛੇ ਚੰਗੀ ਚਾਲ ਵਿੱਚ ਸਭ ਬਾਸੁਰ ਚਾਰਤ ਤ੍ਰਿਣ ਆਛੇ। ਇਵੇਂ ਸਾਰਾ ਦਿਨ ਹੀ ਆ ਚੰਗਾ ਹੀ ਘਾਹ ਚਾਰਦਿਆਂ ਚਾਰਦਿਆਂ ਗੁਰੂ ਸਾਹਿਬ ਜੀ ਦਾ ਪਸ਼ੂਆਂ ਨੂੰ ਵੀ ਘਾਹ ਚਾਰਦਿਆਂ ਚਾਰਦਿਆਂ ਹੀ ਲੰਘ ਗਿਆ ਹੈ। ਭਾਈ ਸਾਂਝ ਪਰ ਦਿਸ ਕੋ ਮੋਰੀ। ਇਵੇਂ ਸ਼ਾਮ ਹੋ ਗਈ ਹੈ ਤੇ ਰਾਏ ਭੋਏ ਦੀ ਤਲਵੰਡੀ ਜਿਹੜੀ ਨਗਰੀ ਹੈ ਫਿਰ ਉਧਰ ਨੂੰ ਸਾਰੀਆਂ ਹੀ ਆ ਪਸ਼ੂ ਜਿਹੜੇ ਆ ਮੋੜੇ ਆ। ਆਏ ਅਗਾਈ ਸਿਵਲੀ ਗੋਰੀ। ਸਵਲੀ ਗੋਰੀ ਇਵੇਂ ਜਿਹੜੀਆਂ ਕਾਲੀਆਂ ਗੋਰੀਆਂ ਮੱਝਾਂ ਗਾਵਾਂ ਹੈ ਉਹ ਚੰਗੀ ਤਰ੍ਹਾਂ ਰੱਜ ਕੇ ਤੇ ਆ ਗਈਆਂ ਹੈ। ਕਾਲੂ ਹੇਰ ਹਰਖ ਔਰ ਭਾਰੀ। ਬਾਬਾ ਕਾਲੂ ਜੀ ਦੇਖ ਕੇ ਕਿ ਇਹ ਤੇ ਬੜੀਆਂ ਮੱਝਾਂ ਰਚੀਆਂ ਹੋਈਆਂ ਗਾਵਾਂ ਇਵੇਂ ਵੱਖੀਆਂ ਭਰੀਆਂ ਹੋਈਆਂ ਹਿਰਦੇ ਵਿੱਚ ਬੜਾ ਭਾਰੀ ਖੁਸ਼ੀ ਹੋਈ ਹੈ। ਲਖਿਓ ਕੇ ਲਗਿਓ ਮੋਹਿ ਸੁਤਕਾਰੀ। ਇਵੇਂ ਬਾਬਾ ਕਲਿਆਣ ਚੰਦ ਜੀ ਨੇ ਜਾਣਿਆ ਹੈ ਕਿ ਇਹ ਜਿਹੜਾ ਸਾਡਾ ਪੁੱਤਰ ਗੁਰੂ ਨਾਨਕ ਸਾਹਿਬ ਹੈ ਚਲੋ ਕੋਈ ਨਾ ਕੋਈ ਕੰਮ 'ਚ ਤੇ ਲੱਗ ਹੀ ਗਿਆ ਹੈ। ਸਨੇ ਸਨੇ ਪਰਚਹ ਸਭ ਕੰਮ। ਆਪੇ ਹੌਲੀ ਹੌਲੀ ਇਵੇਂ ਕੰਮ ਕਰਨਗੇ ਸਾਰੇ ਕੰਮਾਂ ਵਿੱਚ ਇਹ ਪਰਚ ਜਾਣਗੇ ਲੱਗ ਜਾਣਗੇ। ਤੁਝ ਹੈ ਉਦਾਸੀ ਹਿਤ ਕਰ ਧਾਮੂ। ਇਵੇਂ ਘਰ ਦੇ ਕੰਮਾਂ ਵਿੱਚ ਪ੍ਰੇਮ ਕਰਨਗੇ ਜਿਹੜੀ ਆ ਉਦਾਸੀ ਉਪਰਾਮ ਜੇ ਰਹਿੰਦੇ ਆ ਵੀ ਕਿਸੇ ਨਾਲ ਬੋਲਦੇ ਚਾਲਦੇ ਨਹੀਂ ਹੈ ਇਹ ਉਦਾਸੀ ਜੀ ਛੱਡ ਦੇਣਗੇ। ਆਨ ਬਿਰਾਜੇ ਨਿਜ ਪ੍ਰਭ ਸਦਨਾ। ਇਵੇਂ ਸਤਿਗੁਰੂ ਨਾਨਕ ਸਾਹਿਬ ਜੀ ਆਪਣੇ ਘਰ ਮਕਾਨ ਵਿੱਚ ਆ ਬਿਰਾਜੇ ਐ। ਸੁੰਦਰ ਕਮਲ ਪਰਫੁੱਲਤ ਬਦਨਾ। ਜਿਹੜੇ ਸਤਿਗੁਰ ਜੀ ਦਾ ਜਿਹੜਾ ਮੁਖਾਰ ਬਿੰਦ ਹੈ ਜਿਵੇਂ ਕਮਲ ਬੜਾ ਸੁੰਦਰ ਹੁੰਦਾ ਤੇ ਖਿੜਿਆ ਹੁੰਦਾ ਹੈ ਇਵੇਂ ਗੁਰੂ ਜੀ ਦਾ ਮੁਖ ਜੋ ਬੜਾ ਸੁੰਦਰ ਤੇ ਹੈ ਖਿੜਿਆ ਹੋਇਆ ਕਮਲ ਵਾਂਗ। ਪੈ ਪੁਨ ਪਿਓ ਖਾਨ ਕਰ ਅਸਨਾ। ਇਵੇਂ ਭੋਜਨ ਪਹਿਲਾਂ ਛਕਿਆ ਮਾਤਾ ਜੀ ਤੋਂ ਲੈ ਕਰਕੇ ਤੇ ਮਗਰੋਂ ਉੱਪਰ ਦੁੱਧ ਪੀ ਲਿਆ ਹੈ। ਪੌਡੇ ਪਾਏ ਦੇਹ ਕਰ ਵਸਨਾ। ਇਵੇਂ ਆਪਣੇ ਸਰੀਰ ਉੱਪਰ ਉਹ ਵਸਤਰ ਜਾਂ ਲੈ ਕਰਕੇ ਚਾਦਰਾ ਜਾਂ ਲੈ ਕਰਕੇ ਤੇ ਲੇਟ ਗਏ ਆ ਵਿਸ਼ਰਾਮ ਕਰਨ ਲੱਗ ਪਏ ਐ। ਕਾਲੂ ਉਠਿਓ ਵੱਡੀ ਭੁਨ ਸਾਰਾ। ਇਵੇਂ ਬਾਬਾ ਕਲਿਆਣ ਚੰਦ ਜੀ ਵੱਡੀ ਸਵੇਰ ਪਹਿਰ ਰਾਤ ਰਹਿੰਦਿਆਂ ਹੀ ਉੱਠ ਪਏ ਐ। ਸੁਤ ਨਾਨਕ ਉਠ ਬਚਨ ਉਚਾਰਾ। ਤੇ ਇਵੇਂ ਆਪਣੇ ਉਹ ਸਾਰੇ ਕਿਰਿਆ ਆਦਿ ਕਰਕੇ ਕਿਹਾ ਹੈ ਕਿ ਪੁੱਤਰ ਗੁਰੂ ਨਾਨਕ ਸਾਹਿਬ ਜੀ ਆ ਦਿਨ ਚੜ ਗਿਆ ਹੁਣ ਤੁਸੀਂ ਵੀ ਉੱਠੋ ਇਵੇਂ ਬਚਨ ਕਿਹਾ। ਪਿਤਾ ਬੈਨ ਸੁਨਾ ਕਰ ਜਗ ਸੁਵਾਸੀ। ਪਿਤਾ ਬੈਨ ਸੁਨ ਕਰ ਜਗ ਸੁਆਮੀ। ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਪਿਤਾ ਜੀ ਦੇ ਬਚਨ ਸੁਣ ਕਰਕੇ ਸੁਰਬੀ ਖੋਲ ਪਏ ਅਨਗਾਮੀ। ਐਵੇਂ ਜਿਹੜੀਆਂ ਗਾਵਾਂ ਮੱਝਾਂ ਹੈ ਸੱਚੇ ਪਾਤਸ਼ਾਹ ਜੀ ਖੋਲ ਲਈਆਂ ਹੈ ਤੇ ਖੋਲ ਕਰਕੇ ਆ ਪਿੱਛੇ ਲੱਗ ਤੁਰੇ ਐ। ਜਹਾਂ ਖੇਤ ਸੁੰਦਰ ਹਰਿਆਈ। ਜਿੱਥੇ ਆ ਖੇਤ ਬੜਾ ਸੁੰਦਰ ਤੇ ਹਰਿਆਲੀ ਛਾਈ ਹੋਈ ਸੀ ਹਰਿਆ ਭਰਿਆ ਖੇਤ ਸੀ। ਬਾਰ ਬਾਰ ਬਾਰੀ ਬਰਿਆਈ। ਐਵੇਂ ਉਹ ਖੇਤ ਨੂੰ ਬੜੀ ਵਾੜ ਜੀ ਕੀਤੀ ਹੋਈ ਸੀ ਉਹ ਵਾੜ ਨੂੰ ਤੇ ਵਾੜ ਦੂਸਰੇ ਦਾ ਅਰਥ ਵੀ ਤੋੜ ਕੇ ਪਰੇ ਜੇ ਕਰਕੇ ਤੇ ਬਰਿਆਈ ਅਮੱਲੋ ਜੋਰੀ ਗੁਰੂ ਜੀ ਨੇ ਐਵੇਂ ਗਾਵਾਂ ਮੱਝਾਂ ਵਾੜ ਦਿੱਤੀਆਂ ਸੋਟੀ ਜੀ ਮਾਰ ਕੇ। ਆਪ ਸੋਏਗੇ ਹੋਏ ਸੁਖਾਰੇ। ਐਵੇਂ ਆਪ ਬੜੇ ਸੌਖੇ ਹੋ ਕੇ
ਆ ਬਿਰਾਜਮਾਨ ਹੋ ਗਏ, ਲੇਟ ਗਏ, ਸਮਾਧੀ ਵਿੱਚ ਲੀਨ ਹੋ ਗਏ ਮਹਾਰਾਜ। ਖਾਤ ਖੇਤ ਨਹਿ ਅਨੰਤ ਪਧਾਰੇ। ਉਹ ਗਾਵਾਂ ਮੱਝਾਂ ਨੇ ਜਿਹੜਾ ਹਰਿਆ ਜਿਹਾ ਖੇਤ ਸੀ ਚੰਗੀ ਤਰ੍ਹਾਂ ਰੱਜ ਪੁੱਜ ਕੇ ਖਾ ਲਿਆ ਹੈ। ਉੱਥੇ ਹੀ ਉਹ ਐਵੇਂ ਖੁਰਜੇ ਜਿਹੜੇ ਖੁੱਭ ਗਏ ਵਿੱਚ ਤੇ ਫੋਸ ਆਦਿਕ ਐਵੇਂ ਕਰੀ ਜਾ ਰਹੀਆਂ, ਉੱਥੇ ਰੱਜ ਕੇ ਤੇ ਬੈਠ ਗਈਆਂ, ਕਿਸੇ ਹੋਰ ਪਾਸੇ ਨਹੀਂ ਗਈਆਂ ਗਾਵਾਂ ਮੱਝਾਂ। ਜਬ ਸਭ ਚਰਗੀ ਗੋਗਦੂਮੀ। ਗੋਧੂਮੀ, ਜਦੋਂ ਸਾਰਾ ਕੁਝ ਹੀ ਐਵੇਂ ਮੱਝਾਂ ਚਰ ਗਈਆਂ ਗਾਵਾਂ ਮੱਝਾਂ। ਗੋਧੂਮੀ ਕਈ ਇੱਥੇ ਕਣਕ ਲਿਖਿਆ, ਉਂਝ ਜਵਾਰ ਦਾ ਖੇਤ ਕਹਿੰਦੇ ਕਈ ਥਾਵਾਂ 'ਤੇ, ਕਣਕ ਜਾਂ ਜਵਾਰ। ਜਦੋਂ ਸਾਰਾ ਗਾਵਾਂ ਮੱਝਾਂ ਉਹ ਖੇਤ ਨੂੰ ਚਰ ਗਈਆਂ ਦਿਵਸ ਚਰੇ ਆਇਓ ਵਹਿ ਭੂਮੀ। ਇੱਧਰੋਂ ਦਿਨ ਜਾ ਚੜ ਗਿਆ, ਥੋੜਾ 9-10 ਵਜੇ ਦੇ ਕਰੀਬ ਸਮਝ ਲਓ ਵੀ ਧੁੱਪ ਜੀ ਚੜ ਗਈ ਪੂਰੀ, ਤੇ ਦਿਨ ਚੜੇ ਤੇ ਉਹ ਆ ਗਿਆ ਜਿਹਦੀ ਜ਼ਮੀਨ ਹੈ। ਹੇਰ ਕਿਦਾਰ ਸੋ ਭਇਓ ਹੈਰਾਨਾ। ਉਹ ਜਿਹੜਾ ਜ਼ਿਮੀਂਦਾਰ ਹੈ ਉਹਨੇ ਖੇਤ ਵੇਖਿਆ ਹੈ, ਇਹ ਤੇ ਸਾਰਾ ਹੀ ਉੱਜੜ ਪੁੱਜੜ ਗਿਆ ਹੈ, ਇੱਥੇ ਤੇ ਬੁਰਾ ਹਾਲ ਹੋਇਆ ਪਿਆ ਹੈ। ਵੇਖ ਕੇ ਹੈਰਾਨ ਪਰੇਸ਼ਾਨ ਹੋ ਗਿਆ ਹੈ। ਕ੍ਰਿਸ਼ਚਾਰੀ ਜਿਨ ਢੀਠ ਮਹਾਨਾ। ਦੁਬਾਰਾ ਪੜ੍ਹ। ਕ੍ਰਿਸ਼ਚਾਰੀ ਕਿਨ ਢੀਠ ਮਹਾਨਾ। ਢੀਠ ਮਹਾਨਾ ਕਹਿੰਦੇ ਵੀ ਆ ਕਿਹੜਾ ਜਿਹੜਾ ਵੱਡਾ ਢੀਠ ਹੈ ਮਾੜ, ਜਿਹਨੇ ਆ ਖੇਤੀ ਸਾਡੀ ਸਾਰੀ ਚਾਰ ਦਿੱਤੀ ਹੈ। ਸਿੰਚ ਸਿੰਚ ਮੈਂ ਬਹੁ ਦਿਨ ਹਾਰਿਓ। ਉਹ ਮੈਂ ਤੇ ਆ ਹਾਰ ਹੰਬ ਗਿਆ ਹਾਂ ਪਾਣੀ ਦੇ ਦੇ ਕੇ, ਸਿੰਚ ਸਿੰਚ ਕੇ ਵੀ ਖੇਤੀ ਵੱਡੀ ਹੋ, ਕੁਝ ਕਮਾਵਾਂ ਖੱਟਾਂਗੇ। ਕਿਹੇ ਨਿਡਰ ਸਭ ਖੇਤ ਉਜਾਰਿਓ। ਆ ਕਿਹੜਾ ਐਡਾ ਨਿਡਰ ਆ ਗਿਆ ਜਿਹਨੂੰ ਕਿਸੇ ਦਾ ਡਰ ਹੀ ਨਹੀਂ, ਤੇ ਸਾਰਾ ਮੇਰਾ ਖੇਤ ਹੀ ਜਾੜ ਕੇ ਰੱਖਤਾ ਹੈ। ਖਾਏ ਅਗਾਏ ਰਹੀ ਵਿੱਚ ਬੈਸੀ। ਵੇਖੋ ਫਿਰ ਇਹ ਖਾ ਲਿਆ ਹੈ ਗਾਵਾਂ ਮੱਝਾਂ ਨੇ, ਖਾ ਕੇ ਰੱਜ ਗਈਆਂ, ਰੱਜ ਕੇ ਦੇ ਵਿੱਚੇ ਬੈਠੀਆਂ ਹੋਈਆਂ ਇਹ। ਲਖੀ ਕਿਨਹਿ ਬਨ ਬਿਨ ਖਸਮੀ ਜਾਸੀ। ਇਹਨਾਂ ਤੇ ਐਵੇਂ ਕਿਸ ਜਾਣ ਲਿਆ ਹੈ ਕਿ ਜਿਵੇਂ ਬਿਨਾਂ ਖਸਮ ਤੋਂ, ਭਾਵ ਇਸ ਜ਼ਮੀਨ ਦਾ ਕੋਈ ਮਾਲਕ ਹੀ ਨਹੀਂ ਹੈ। ਖਾ ਪੀ ਕੇ ਰੱਜ ਕੇ ਵਿੱਚੇ ਬੈਠੀਆਂ ਹੋਈਆਂ ਗਾਵਾਂ ਮੱਝਾਂ। ਬਚ ਉੱਚੇ ਸੁਨ ਸ੍ਰੀ ਗੁਰ ਜਾਗੇ। ਐਵੇਂ ਬੜੀ ਉੱਚੀ ਉੱਚੀ ਜ਼ਿਮੀਂਦਾਰ ਰੌਲਾ ਪਾ ਰਿਹਾ ਹੈ, ਸੁਣ ਕੇ ਬਚਨ ਗੁਰੂ ਨਾਨਕ ਦੇ ਮਹਾਰਾਜ ਜੀ ਜਾਗੇ ਵੀ ਕਿਹੜਾ ਹੈ ਜਿਹੜਾ ਇੰਨਾ ਬੋਲ ਰਿਹਾ ਹੈ। ਉੱਠ ਕਰ ਵਹਿਰ ਨਿਕਾਸਨ ਲਾਗੇ। ਮਹਾਰਾਜ ਦੇ ਕੁਝ ਨਹੀਂ ਬੋਲੇ ਐ, ਉੱਠ ਕਰਕੇ ਤੇ ਉਹ ਐਵੇਂ ਹਿੱਕਦੇ ਗਾਵਾਂ ਮੱਝਾਂ ਨੂੰ ਬਾਹਰ ਕੱਢਣ ਲੱਗੇ ਖੇਤ ਚੋਂ। ਰਹਿਕ ਕਰਤ ਕ੍ਰੋਧ ਕਹਿ ਉੱਚੇ। ਇੱਧਰੋਂ ਜਿਹੜਾ ਜ਼ਿਮੀਂਦਾਰ ਹੈ ਇਹਨੂੰ ਬੜੇ ਭਾਂਬੜ ਮੱਚੇ ਹੋਏ ਐ, ਤੇ ਗੁੱਸਾ ਜਾ ਕਰਦਾ ਹੋਇਆ ਬੜੀ ਉੱਚੀ ਉੱਚੀ ਕਹਿ ਰਿਹਾ ਹੈ। ਜਾਨ ਨਾ ਦਿਓ ਤੁਮਹਿ ਕਰ ਸੂਚੇ। ਉਹ ਬੱਚੇ ਕਿੱਥੇ ਜਾਣਾ ਹੈ, ਤੈਨੂੰ ਜਾਣ ਨਹੀਂ ਦਿਆਂਗਾ ਅੱਜ ਮੈਂ ਖਾਲੀ। ਸਭ ਕਿਦਾਰ ਕੋ ਪਰਹੋ ਉਜਾਰਾ। ਹੱਕ ਤੇ ਤੈਨੂੰ ਖਾਲੀ ਨਹੀਂ ਜਾਣ ਦਿਆਂਗਾ। ਐਵੇਂ ਨਾ ਡੰਗਰ ਜੇ ਪਸ਼ੂ ਜੇ ਬਾਹਰ ਕੱਢ, ਆ ਜਿਹੜਾ ਜਾੜਾ ਕੀਤਾ ਇੱਥੇ ਸਾਰੇ ਖੀਰ ਦਾ ਜਾੜਾ ਭਰੋ ਪਹਿਲਾਂ। ਨਤਰ ਚਲੋ ਟਿਗ ਰਾਏ ਬੁਲਾਰਾ। ਆ ਨਹੀਂ ਤਾਂ ਰਾਏ ਬਲਾਰ ਦੇ ਜਿਹੜਾ ਇੱਥੋਂ ਦਾ ਰਾਜਾ ਵੀ ਉਹਦੇ ਘਰ ਚੱਲੋ ਸਾਡੇ ਨਾਲ। ਅਸ ਕਹਿ ਸਭ ਸੁਰ ਵੀ ਲੀਏ ਖਾਂਕੀ। ਇਸ ਤਰ੍ਹਾਂ ਕਹਿ ਕੇ ਹੁਣ ਜ਼ਿਮੀਂਦਾਰ ਉਹ ਜੱਟ ਵੱਡਾ ਸੀ, ਤੇ ਉਹ ਗੁਰੂ ਨਾਨਕ ਸਾਹਿਬ ਜੀ ਨੂੰ ਉੱਚੀ ਉੱਚੀ ਬੋਲ ਕੇ ਬੜੀਆਂ ਧਮਕੀਆਂ ਜੇ ਦਿੰਦਾ ਹੈ। ਤੇ ਐਵੇਂ ਕਹਿ ਕਰਕੇ ਜਿਹੜੀਆਂ ਸਾਰੀਆਂ ਗਾਵਾਂ ਮੱਝਾਂ ਇਹ ਜ਼ਿਮੀਂਦਾਰ ਨੇ ਹਿੱਕ ਕੇ ਅੱਗੇ ਲਾ ਲੀਆਂ ਆਪਣੇ। ਰਿਸ ਪੁਨ ਸ਼ੋਕ ਬਿਖੈ ਮਤ ਤਾਂ ਕੀ। ਅੱਜ ਇਸ ਜ਼ਿਮੀਂਦਾਰ ਦੀ ਆ ਬੜੀ ਸੋਗ ਵਿੱਚ ਗਮ ਵਿੱਚ ਮੱਤ ਪਈ ਹੋਈ, ਤੇ ਬੜਾ ਗੁੱਸਾ ਮਨ ਵਿੱਚ ਮੱਤ ਵਿੱਚ। ਪੁਨ ਕਮਲਾਲਨ ਬਚਨ ਉਚਾਰੇ। ਇਹ ਜਦੋਂ ਐਵੇਂ ਉਹ ਅੱਗਾ ਲਾ ਲੀਆਂ ਗਾਵਾਂ ਮੱਝਾਂ ਜੀਆਂ, ਤੇ ਸਤਿਗੁਰੂ ਜਿਨ੍ਹਾਂ ਦਾ ਕਮਲ ਸਰੀਕੇ ਮੁਖ ਹੈ ਐਵੇਂ ਬਚਨ ਉਚਾਰੇ, ਇਸ ਨੂੰ ਬਚਨ ਕਹੇ ਜ਼ਿਮੀਂਦਾਰ ਨੂੰ। ਗੋਦਨ ਤਜ ਦੇਹੋ ਸ਼ੋਕ ਬਿਸਾਰੇ। ਹੇ ਜ਼ਿਮੀਂਦਾਰ, ਇਹ ਜਿਹੜੀਆਂ ਤੂੰ ਗਾਵਾਂ ਮੱਝਾਂ ਹੈ ਇਹਨਾਂ ਨੂੰ ਛੱਡ ਦੇ, ਤੇ ਜਿਹੜਾ ਸੋਗ ਗਮ ਜਾ ਭੁਲਾ ਦੇ ਤੂੰ ਦਿਲੋਂ। ਪ੍ਰਲਬਧ
ਤੁਮਰੀ ਹੈ ਜੇਤੀ। ਆ ਜਿੰਨੀ ਤੇਰੀ ਪ੍ਰਾਲਬਧ ਹੈ ਨਾ, ਜਿੰਨੀ ਤੇਰੀ ਕਿਸਮਤ ਉਹ ਰੱਬ ਵੱਲੋਂ ਲਿਖੀ ਹੋਈ, ਬਰਕਤ ਪਾਏ ਪ੍ਰਭੂ ਅਬ ਤੇਤੀ। ਉਹ ਹੁਣ ਵੀ ਪਰਮੇਸ਼ਰ ਉਨੀ ਜਿਹੜੀ ਬਰਕਤ ਪਾ ਦਊਗਾ। ਐਵੇਂ ਤੂੰ ਗੁੱਸਾ ਨਾ ਕਰ। ਆ ਡੰਗਰ ਜਿਹੜੇ ਮਾਲ ਪਸ਼ੂ ਹੈ ਇਹਨੂੰ ਤੂੰ ਛੱਡ ਦੇ, ਗੁੱਸਾ ਭੁਲਾ ਦੇ ਮਨੋਂ। ਬਿਗੜਨ ਹਾਰ ਬਿਗੜ ਸੋ ਜਾਈ। ਆ ਜਿਹੜੀ ਵਿਗੜਨ ਵਾਲੀ ਚੀਜ਼ ਹੋਵੇ ਵੀ ਜਿਹਨੇ ਆ ਖਤਮ ਹੋਣਾ ਵਿਗੜਨਾ, ਉਹ ਵਿਗੜੀ ਜਾਂਦੀ ਹੈ। ਬਹੁਰ ਨਾ ਸਵਰ ਹੈ ਕਰ ਹੈ ਲੜਾਈ। ਆ ਜੇ ਭਲਾ ਲੜਾਈ ਪੜਾਈ ਕਰੀ ਜਾਈਏ, ਗਾਲਾਂ ਕੱਢੀ ਜਾਈਏ ਵੀ ਲੜਿਆ, ਉਹ ਕਿਤੇ ਸਵਰਤ ਨਹੀਂ ਨਾ ਜਾਂਦੀ। ਮੁੜ ਜਿਹੜੀ ਵਿਗੜਨੀ ਉਹ ਵਿਗੜੀ ਜਾਂਦੀ ਹੈ। ਜੋ ਨਿਜ ਭਾਗ ਸਵਰਨੀ ਹੋਈ। ਜੇ ਇਹ ਜ਼ਿਮੀਂਦਾਰ ਜੀ ਜੇ ਆਪਣੇ ਭਾਗਾਂ ਵਿੱਚ ਸਬਰ ਨਹੀਂ ਹੋਈ ਨਾ, ਕਿ ਜਿਹੜਾ ਕੰਮ ਸੌਰਨਾ ਹੋਇਆ, ਤੇ ਨਾ ਵਿਗਾੜ ਸਕੈ ਕੋਹ ਕੋਈ। ਉਸ ਨੂੰ ਕੋਈ ਨਹੀਂ ਵਿਗਾੜ ਸਕਦਾ, ਭਾਵੇਂ ਕੋਈ ਲੱਖਾਂ ਯਤਨ ਕਰੇ, ਲੱਖਾਂ ਉਹ ਵਿੱਚ ਆਪਣੇ ਇਵੇਂ ਅੰਗ ਪੈਰ ਰੜਾਵੇ ਵੀ ਮੈਂ ਦਾ ਕੰਮ ਖਰਾਬ ਕਰ ਦਿਆਂਗਾ, ਉਹਨੂੰ ਕੋਈ ਖਰਾਬ ਨਹੀਂ ਕਰ ਸਕਦਾ ਹੈ। ਜਿਹੜਾ ਨਹੀਂ ਵਿਗੜਨਾ ਉਹਨੂੰ ਕੋਈ ਵਿਗਾੜ ਨਹੀਂ ਸਕਦਾ, ਜਿਹੜਾ ਵਿਗੜਨਾ ਉਹਨੂੰ ਕੋਈ ਸੰਭਾਲੇ ਉਹ ਸੰਭਾਲ ਨਹੀਂ ਸਕਦਾ। ਜਗਤ ਨਾਥ ਕੇ ਹੈ ਸਭ ਹੱਥ। ਹੇ ਜ਼ਿਮੀਂਦਾਰ, ਉਹ ਜੋ ਜਗਤ ਦਾ ਮਾਲਕ ਪਰਮੇਸ਼ਰ ਹੈ, ਉਹਦੇ ਹੱਥ ਵਿੱਚ ਹੈ ਸਭ ਕੁਝ। ਸੁਨੀਏ ਸੁਨੀय ਨਾ ਕਹੂੰ ਦੁਤੀय ਕੀ ਗਾਥਾ। ਇਸ ਕਰਕੇ ਆ ਕਿਸੇ ਦੀ ਨਾ ਸੁਣੀਏ, ਆ ਦੁਤੀਏ ਕੀ ਗਾਥਾ, ਕਿਸੇ ਦੂਜੇ ਦੀ ਗੱਲ ਨਾ ਸੁਣੀਏ। ਇਹ ਤੇ ਮਾਲਕ ਦੇ ਹੱਥ। ਦੂਜੇ ਨੂੰ ਕਵਾਂਗੇ ਕਿ ਤੂੰ ਸਗੋਂ ਚੁੱਕੂਗਾ, ਕਹੂਗਾ ਵੀ ਇਹਨੇ ਤੇ ਬੜਾ ਨੁਕਸਾਨ ਕਰ ਦਿੱਤਾ ਹੈ, ਇਹਨੇ ਤੇ ਆ ਤੇ ਤੇਰਾ ਖੇਤ ਦਾ ਸਤਿਆਨਾਸ਼ ਹੀ ਕਰ ਦਿੱਤਾ ਹੈ। ਇਵੇਂ ਕਿਸੇ ਦੇ ਜਿਹੜਾ ਪਿੱਛੇ ਨਾ ਲੱਗੀਏ, ਕਿਸੇ ਨੂੰ ਗੱਲ ਨਾ ਕਹੀਏ। ਉਹ ਮਾਲਕ ਦੇ ਹੱਥ ਵਿੱਚ ਹੈ। ਜੋ ਕੁਛ ਕਰੇ ਸੋ ਭਲਾ ਕਰ ਮੰਨੀਏ। ਜੋ ਮਾਲਕ ਕਰਦਾ ਉਹ ਠੀਕ ਹੀ ਕਰਦਾ ਹੈ। ਵਿਗਾੜਨ ਸਵਾਰਨ ਵਾਲਾ ਉਹ ਪਰਮੇਸ਼ਰ ਹੀ ਹੈ। ਤਜਹੋ ਤੇਨ ਅਸਬਿਦ ਜੀ ਅਜਾਨੀ। ਇਵੇਂ ਜੀ ਚ ਤੂੰ ਜਾਣ ਲਾ ਤੇ ਇਹ ਜਿਹੜੀਆਂ ਗਾਵਾਂ ਮੱਝਾਂ ਹੈ ਜ਼ਿਮੀਂਦਾਰ ਤੂੰ ਛੱਡ ਦੇ। ਬੀਤੀ ਕੀ ਨਾ ਬਿਥਾਰ ਕਹਾਣੀ। ਬੀਤੀ ਕੀ ਨਾ ਬਿਥਾਰ ਕਹਾਣੀ, ਜਿਹੜੀ ਗੱਲ ਹੋ ਗਈ, ਜਿਹੜੀ ਬੀਤ ਗਈ ਹੈ ਉਹਦੀ ਕਹਾਣੀ ਗੱਲ ਨੂੰ ਤੂੰ ਬਹੁਤਾ ਨਾ ਫੈਲਾ, ਐਵੇਂ ਨਾ ਉਸ ਦਾ ਖਿਲਾਰ ਕਰ। ਸੁਣੈ ਨਾ ਬਚ ਬਾਰਹ ਬਹੁ ਤੇਰਾ। ਮਹਾਰਾਜ ਉਹਨੂੰ ਵਾਰ-ਵਾਰ ਕਹਿ ਰਹੇ, ਬੜਾ ਵੰਗਾਰਿਆ, ਪਰ ਉਹ ਜਿਹੜਾ ਜ਼ਿਮੀਂਦਾਰ ਉਹ ਬਚਨ ਹੀ ਨਹੀਂ ਸੁਣਦਾ ਕੋਈ। ਜਿਹੇ ਕ੍ਰਿਸ਼ ਕੋ ਪਾਸ਼ੋਕ ਕਨੇਰਾ। ਆ ਜਿਸ ਜ਼ਿਮੀਂਦਾਰ ਨੂੰ ਖੇਤੀ ਦਾ ਬੜਾ ਸੋਗ ਗਾਮ ਪਿਆ ਹੋਇਆ, ਉਹ ਤੇ ਖੇਤੀ 'ਚ ਡੁੱਬਾ ਹੋਇਆ, ਉਹ ਕੀ ਗੁਰੂ ਦੀ ਗੱਲ ਸੁਣੇ। ਝਗਰਤ ਝਗਰਤ ਪਹੁੰਚੇ ਤਹਿਵਾ। ਇਵੇਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਐ ਕਿ ਹੇ ਜ਼ਿਮੀਂਦਾਰ ਤੂੰ ਮੱਝਾਂ ਛੱਡ ਦੇ। ਉਹ ਕਹਿੰਦਾ ਮੈਂ ਛੱਡਣੀਆਂ ਕੋਈ ਨਹੀਂ, ਮੈਂ ਹਰਜਾਨਾ ਮਾਮਲਾ ਭਰਾਉਣਾ ਹੀ ਭਰਾਉਣਾ ਆਪਣੇ ਖੇਤ ਦਾ। ਐਵੇਂ ਝਗੜਦਿਆਂ ਉਹ ਥਾਂ ਤੇ ਜਾ ਪਹੁੰਚੇ ਐ। ਰਾਏ ਬੁਲਾਰੋ ਬੈਠਿਓ ਜਹਵਾ। ਜਿੱਥੇ ਆ ਰਾਏ ਬੁਲਾਰ ਉਹ ਇਲਾਕੇ ਦਾ ਜਿਹੜਾ ਰਾਜਾ ਸੀ ਬੈਠਾ ਹੋਇਆ। ਰਾਹਕ ਉੱਚੇ ਕੀਨ ਪੁਕਾਰੀ। ਇਹ ਜ਼ਿਮੀਂਦਾਰ ਨੇ ਬੜੀ ਉੱਚੀ ਆ ਪੁਕਾਰ ਕੀਤੀ, ਰੋਣ ਪਿੱਟਣ ਹੀ ਲੱਗ ਗਿਆ ਜਾਂਦਿਆਂ। ਮੋਹੇ ਖੇਤ ਸਭ ਦੀਨ ਉਜਾਰੀ। ਇਹ ਰਾਏ ਬੁਲਾਰ ਜੀ ਮੈਂ ਕੀ ਦੱਸਾਂ, ਮੇਰੀ ਦੀ ਖੇਤੀ ਚੰਗੀ ਕਣਕ ਜਾਂ ਜਵਾਰ ਹੋਈ ਪਈ ਸੀ, ਸਾਰਾ ਹੀ ਖੇਤ ਜਾੜ ਦਿੱਤਾ ਇਸ ਬੱਚੇ ਨੇ। ਦੀਰਗ ਬਹੁ ਗੋ ਤੁਮ ਸੋ ਮੇਰੇ। ਆ ਮੇਰੀ ਤੇ ਬੜੀ ਜਿਹੜੀ ਕਣਕ ਜਾਂ ਜਵਾਰ ਮੇਰੇ ਖੇਤ ਵਿੱਚ ਹੋਈ ਪਈ ਸੀ, ਲਹਿਰਾ ਰਹੀ ਸੀ। ਖਾਈ ਮਹਿਖਨ ਆਜ ਸਵੇਰੇ। ਅੱਜ ਸਵੇਰੇ ਆ ਜਿਹੜਾ ਤੁਹਾਡੇ ਸਾਹਮਣੇ ਪੇਸ਼ ਕੀਤਾ ਹੈ ਬਾਲਕ, ਇਹਦੀਆਂ ਗਾਵਾਂ ਮੱਝਾਂ ਨੇ ਮੇਰਾ ਸਾਰਾ ਹੀ ਖੇਤ ਉਜਾੜ ਦਿੱਤਾ, ਖਾ ਲਈ ਫਸਲ। ਤਾਤ ਤਾਹੇ ਜੋ ਹਵ ਤਾਤ ਤਾਏ ਜੋ ਤਵ ਪਟਵਾਰੀ। ਰਾਏ ਬੁਲਾਰ ਕਹਿਣ ਲੱਗਾ ਵੀ ਉਹ ਕੌਣ ਹੈ। ਇਹ ਕਹਿੰਦਾ ਵੀ ਜੋ ਤੁਹਾਡਾ ਪਟਵਾਰੀ ਹੈ ਨਾ, ਕਲਿਆਣ ਚਾਹੁੰਦੇ, ਉਸ ਦਾ ਪੁੱਤਰ ਇਹ। ਕਰਤ ਹਕੂਮਤ
ਹਕੂਮਤ ਸੁਰਤ ਵਿਸਾਰੀ। ਉਹ ਹੁਣ ਪਟਵਾਰੀ ਹੈ, ਤੁਹਾਡੇ ਸਿਰ ਤੇ ਹਕੂਮਤ ਕਰਦਾ ਵੀ ਮੈਂ ਪਟਵਾਰੀ ਹੋਣਾ। ਉਹਨਾਂ ਦੇ ਪ੍ਰਭਾਵ ਨਾਲ ਉਹਦੇ ਪੁੱਤਰ ਨੇ ਵੀ ਆ ਸੁਰਤ ਭੁਲਾਈ ਹੋਈ ਵੀ ਇਹ ਵੀ ਨਹੀਂ ਕਿਸੇ ਕੋ ਡਰਦਾ। ਕਰਹੁ ਤਪਾਵਸ ਭੂਪਤ ਮੇਰੋ। ਹੇ ਰਾਏ ਬਲਾਰ ਜੀ, ਧਰਤੀ ਦੇ ਮਾਲਕ, ਆ ਮੇਰਾ ਕੋਈ ਨਾ ਕੋਈ ਨਿਆਂ ਕਰੋ ਤੁਸੀਂ। ਨਾਤਰ ਉਜਰਹਿ ਨਗਰ ਸੋ ਤੇਰੋ। ਨਹੀਂ ਤੇ ਮੈਂ ਕਹਿ ਦੇਣਾ ਵਾ ਤੁਹਾਡਾ ਆ ਨਗਰ ਜਾਂ ਉਜੜ ਪੁੱਜੜ ਜਾਊਗਾ। ਜ਼ਿਮੀਂਦਾਰ ਸਾਰੇ ਇੱਥੋਂ ਚਲੇ ਜਾਣਗੇ ਪਰੇਸ਼ਾਨ ਹੋ ਕੇ। ਦਿਨ ਪ੍ਰਤ ਅਸਬਿਦ ਜੇ ਕ੍ਰਿਸ਼ ਉਜਰੈ। ਜੇ ਰਾਏ ਬਲਾਰ ਜੀ ਆ ਰੋਜ਼ ਰੋਜ਼ ਹੀ ਇਸ ਤਰ੍ਹਾਂ ਆ ਖੇਤੀ ਜੀ ਉਜੜਨ ਲੱਗ ਪਏ। ਰਾਹਕ ਕੈਸ ਬਸਾਸਤ ਗੁਜਰੈ। ਦੱਸੋ ਵੀ ਆੜੇ ਜਿਹੜੇ ਜ਼ਿਮੀਂਦਾਰ ਆ ਕਿਸ ਦੇ ਭਰੋਸੇ ਯਕੀਨ ਤੇ ਆ ਗੁਜ਼ਾਰਾ ਕਰਨਗੇ, ਗੁਜ਼ਰ ਕਰਨਗੇ, ਕਿਵੇਂ ਜ਼ਿੰਦਗੀ ਬਤੀਤ ਕਰਨਗੇ, ਕਿਵੇਂ ਉਹ ਆਰਾਮ ਨਾਲ ਵਸਣਗੇ ਇਸ ਨਗਰ 'ਚ। ਸੁਣਤ ਰਾਏ ਉਸ ਰਿਸ ਪਰ ਸਰਖਾ। ਐਵੇਂ ਰਾਏ ਬਲਾਰ ਸੁਣ ਕੇ ਜ਼ਿਮੀਂਦਾਰ ਦੇ ਬਚਨ ਹਿਰਦੇ 'ਚ ਬੜਾ ਗੁੱਸਾ ਜੇ ਵਾਲਾ ਹੋਇਆ ਹੈ ਤੇ ਐਵੇਂ ਰੁੱਖਾਪਣ ਜਿਹਾ ਕਰਕੇ ਬੋਲਣ ਲੱਗਾ। ਇਹ ਹੀਰਤ ਬੋਲਿਓ ਮੁਖ ਤੇ ਪਰਖਾ। ਐਵੇਂ ਕਠੋਰ ਜਿਹਾ ਮੁਖ ਤੋਂ ਗੁਰੂ ਨਾਨਕ ਸਾਹਿਬ ਜੀ ਵੱਲ ਦੇਖ ਕੇ ਬੋਲਿਆ ਰਾਏ ਬੁਲਾਰ। ਸਭ ਕੋ ਡਰ ਔਰ ਦੀਨ ਨਿਵਾਰੇ। ਉਹ ਬੱਚੇ, ਤੂੰ ਕਿਵੇਂ ਸਾਰਿਆਂ ਦਾ ਜਿਹੜਾ ਡਰ ਪੈ ਵੇ ਹਿਰਦੇ ਚੋਂ ਭੁਲਾਇਆ ਹੀ ਹੋਇਆ, ਦੂਰ ਹੀ ਕੀਤਾ ਹੋਇਆ ਹੈ। ਚਾਰਤ ਖੇਤੀ ਸਿਸ ਮਤਵਾਰੇ। ਹੇ ਮਸਤਾਨੇ ਦੀਵਾਨੇ ਬਾਲਕ, ਤੂੰ ਐਵੇਂ ਕਿਵੇਂ ਆ ਖੇਤੀ ਜੀ ਜ਼ਿਮੀਂਦਾਰਾਂ ਦੀ ਚਾਰ ਰਿਆਂ ਬਿਨਾਂ ਭੈ ਤੋਂ। ਪੁਨ ਪ੍ਰੀਤਿਆਨ ਸੰਗ ਬਚਨ ਬਖਾਨਾ। ਫਿਰ ਇਵੇਂ ਗੁਰੂ ਜੀ ਨੂੰ ਕਹਿ ਕਰਕੇ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਜਿਸ ਨੇ ਮਹਿਮਾ ਦੇ ਵੇਖੀ ਕੋਈ ਨਹੀਂ ਅਜੇ, ਪਹਿਲੀ ਮੁਲਾਕਾਤ ਹੈ ਰਾਏ ਬੁਲਾਰ ਦੀ, ਸਮਝ ਲਓ ਇਤਿਹਾਸ ਮੁਤਾਬਕ। ਫਿਰ ਇਹਨੇ ਗੁਰੂ ਨਾਨਕ ਸਾਹਿਬ ਜੀ ਨੇ ਇਵੇਂ ਕਹਿ ਕਿ ਜਿਹੜੇ ਇਹਦੇ ਨੌਕਰ ਚਾਕਰ ਉਹਨਾਂ ਨਾਲ ਬਚਨ ਇਵੇਂ ਕਿਹਾ। ਅਗਰਜ ਇਹ ਬਾਰਕ ਮਸਤਾਨਾ। ਉਹ ਦੱਸੋ ਸੁਣੋ, ਜੇ ਅਗਰ ਇਹ ਬੱਚਾ ਹੈ ਹੀ ਮਸਤਾਨਾ ਦੀਵਾਨਾ, ਤੂੰ ਕਾਲੂ ਕੋ ਲਿਆਓ ਬੁਲਾਈ ਵੀ ਫਿਰ ਇਹਦੇ ਨਾਲ ਕੀ ਗੱਲ ਕਰਨੀ। ਜੇ ਮਸਤਾਨੇ ਦੀਵਾਨੇ ਸੁਭਾਅ ਦੇ ਹੈ, ਜਿਹੜੇ ਇਹਨਾਂ ਦੇ ਪਿਤਾ ਕਲਿਆਣ ਚੰਦ, ਤੁਸੀਂ ਉਸ ਨੂੰ ਬੁਲਾ ਕੇ ਲਿਆਓ। ਪਰ ਹੈ ਉਜਾਰਾ ਜਿਨ ਉਜਰਾਈ। ਆ ਜਿਸ ਨੇ ਇਸ ਨੂੰ ਭੇਜ ਕੇ ਤੇ ਆ ਸਾਰੀ ਖੇਤੀ ਜ਼ਿਮੀਂਦਾਰ ਦੀ ਉਜੜਾ ਦਿੱਤੀ ਹੈ, ਵੀ ਉਹਨੂੰ ਲਿਆਓ ਇੱਥੇ, ਭਰੇ ਸਾਰਾ ਮਾਮਲਾ ਹਰਜਾਨਾ ਉਜਾੜਾ। ਗਇਓ ਬੇਗ ਕਾਲੂ ਆਹੂਤਾ। ਉਹ ਦਾਸ ਬੜੀ ਛੇਤੀ ਗਿਆ ਹੈ ਬਾਬਾ ਕਲਿਆਣ ਚੰਦ ਜੀ ਦੇ ਘਰ ਤੇ ਜਾ ਕੇ ਉਹਨੇ ਐਵੇਂ ਹਾਕ ਜੀ ਮਾਰੀ, ਬੁਲਾਇਆ। ਚਲੋ ਭੂਤ ਕੀ ਪਿਖ ਕਰਤੂਤਾ। ਹੇ ਕਲਿਆਣ ਚੰਦ, ਆ ਸਾਡੇ ਨਾਲ ਚੱਲੋ, ਵੇਖੋ ਆਪਣੇ ਜਾ ਕੇ ਪੁੱਤਰ ਦੀ ਕਰਤੂਤ ਕਾਰਨਾਮਾ। ਮੁਕੋ ਰਾਹਕ ਤਾਹੇ ਕਿਦਾਰਾ। ਆ ਫਲਾਣਾ ਅਮਕਾ ਟਮਕਾ ਜਿਹੜਾ ਜ਼ਿਮੀਂਦਾਰ ਫਲਾਣੇ ਪਿੰਡ ਦਾ, ਉਸ ਦਾ ਖੇਤ। ਬਾਰ ਤੈਨ ਸਭ ਦੀਨ ਉਜਾਰਾ। ਤੇਰੇ ਪੁੱਤਰ ਨੇ ਉਹਦੇ ਖੇਤ ਦੀ ਜਿਹੜੀ ਵਾੜ ਜੀ ਤੋੜ ਕੇ ਤੇ ਡੰਗਰਾਂ ਗਾਵਾਂ ਨੂੰ ਵਾੜ ਕੇ ਸਾਰਾ ਖੇਤ ਜਾੜ ਦਿੱਤਾ ਉੱਥੇ, ਤੇ ਥੜਥਲ ਮਚਾ ਦਿੱਤੀ ਇਸ ਨੇ। ਸੁਣ ਕਰ ਮਨ ਮਹਿ ਤਿਨ ਦੁਖ ਪਾਵਾ। ਸੁਣ ਕਰਕੇ ਬਾਬਾ ਕਲਿਆਣ ਚੰਦ ਜੀ ਨੇ ਮਨ 'ਚ ਬੜਾ ਹੀ ਦੁੱਖ ਪਾਇਆ ਵੀ ਆ ਕੀ ਹੋ ਗਿਆ ਸਾਡੇ ਨਾਲ। ਸੁਤ ਨਾਨਕ ਕਬ ਸੁਖ ਨਾ ਦਿਖਾਵਾ। ਕਹਿੰਦੇ ਵੇਖ ਲੋ, ਘਰ ਵਿੱਚ ਪੁੱਤਰ ਹੋਵੇ ਤੇ ਸੁੱਖ ਹੁੰਦਾ, ਸਾਡੇ ਘਰ ਤੇ ਪੁੱਤਰ ਗੁਰੂ ਨਾਨਕ ਹੋ ਗਏ ਐ ਤੇ ਅੱਜ ਜਦੋਂ ਦੇ ਹੋ ਗਏ ਕਦੀ ਸੁੱਖ ਨਹੀਂ ਦਿਖਾਇਆ, ਸਗੋਂ ਲਾਮੇ ਜਿਹੇ ਆ ਜਾਂਦੇ ਐ। ਪ੍ਰੀਤ ਸੰਗ ਪਹੁੰਚਤ ਪਾਤ ਹਵਾ। ਐਵੇਂ ਚੱਲਦੇ ਚੱਲਦੇ ਨੌਕਰ ਦੇ ਨਾਲ ਇਕੱਠਿਆਂ ਹੋ ਕੇ ਤੇ ਉਹ ਥਾਂ ਜਾ ਪਹੁੰਚੇ ਐ ਰਾਏ ਨਿਕਟ ਸ੍ਰੀ ਨਾਨਕ ਜਹਵਾ। ਜਿੱਥੇ ਆ ਰਾਏ ਬੁਲਾਰ ਦੇ ਕੋਲ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਮੌਜ ਨਾਲ ਬੈਠੇ ਹੋਏ ਐ। ਬਿਖ ਬਾਲਕ ਕਹਿ ਵਾਕ ਕਠੋਰਾ। ਐਵੇਂ ਉਧਰੋਂ ਜਦੋਂ ਬਾਬਾ ਕਲਿਆਣ ਚੰਦ ਜੀ ਆ ਗਏ ਐ, ਦੇਖ ਕਰਕੇ ਰਾਏ ਬੁਲਾਰ ਐਵੇਂ ਬੜੇ ਕਠੋਰ ਸਖਤ ਜੇ
ਬਚਨ ਜੇ ਕਹਿਣ ਲੱਗਾ। ਸੁਨ ਕਾਲੂ ਤੁਝ ਪੈ ਨਹਿ ਥੋਰਾ। ਉਹ ਕਲਿਆਣ ਚੰਦ ਮੇਰੇ ਪਟਵਾਰੀ, ਤੈਨੂੰ ਕਿਸੇ ਦਾ ਡਰ ਪੈ ਥੋੜਾ ਬਹੁਤ ਹੈ ਕਿ ਨਹੀਂ? ਗੋ ਚਾਰਨ ਕੋ ਸੁਤ ਮਸਤਾਨਾ। ਆ ਤੂੰ ਗਾਵਾਂ ਨੂੰ ਚਾਰਨ ਵਾਸਤੇ ਜਿਹੜਾ ਤੇਰਾ ਪੁੱਤਰ ਐਵੇਂ ਮਸਤਾਨੇ ਸੁਭਾਅ ਦਾ ਤੂੰ ਉਹਨੂੰ ਭੇਜ ਦਿੱਤਾ ਹੈ। ਭੇਜਿਓ ਜਿਨ ਸਭ ਖੇਤ ਚਰਾਨਾ। ਜਿਸ ਤੂੰ ਪੁੱਤਰ ਨੂੰ ਭੇਜ ਦਿੱਤਾ ਹੈ ਤੇ ਉਹਨੇ ਵੇਖ ਕੀ ਕੀਤਾ, ਜ਼ਿਮੀਂਦਾਰ ਦਾ ਸਾਰਾ ਹੀ ਖੇਤ ਜਾੜ ਦਿੱਤਾ, ਚਰਾ ਦਿੱਤਾ ਹੈ। ਇਹ ਜੋ ਕਰਮ ਨਿਭੈ ਕਿਉ ਕਰ ਕੇ। ਇਹ ਜਿਹੜਾ ਉਹਨੇ ਕਰਤੱਵ ਕੀਤਾ ਕਿਵੇਂ ਕਰਕੇ ਨਿਭੂ ਬਿਨਾ ਫੈਸਲੇ ਤੋਂ। ਗੋਦਨ ਲਿਹੋ ਜਾਰਾ ਭਰ ਕੇ। ਐਵੇਂ ਤੂੰ ਆ ਖੇਤ ਦਾ ਉਜਾੜੇ ਦਾ ਪੈਸਾ ਭਰ ਕੇ ਤੇ ਇਹ ਗਾਵਾਂ ਮੱਝਾਂ ਜਿਹੜੀਆਂ ਤੂੰ ਆਪਣੀਆਂ ਵਾਪਸ ਲੈ ਲਓ। ਅਸ ਸੁਨ ਕਰ ਸ਼੍ਰੀ ਨਾਨਕ ਬਾਣੀ। ਜਦੋਂ ਰਾਏ ਬਲਾਰ ਬੜਾ ਕਠੋਰ ਜਿਹਾ ਹੋ ਕੇ ਬਾਬਾ ਕਲਿਆਣ ਚੰਦ ਜੀ ਨੂੰ ਵੀ ਮੇਰਾ ਪਟਵਾਰੀ ਸਮਝ ਕੇ ਬੋਲ ਰਿਹਾ ਹੈ, ਐਸਾ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੇ ਬਾਣੀ ਮੁਖੋਂ ਕਹੀ ਫਿਰ। ਬੋਲੇ ਕਲਾਵਾਨ ਗੁਣ ਖਾਨੀ। ਜੋ ਗੁਣਾਂ ਦੇ ਖਜ਼ਾਨੇ ਆ, ਸ਼ਕਤੀਆਂ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਬੋਲੇ ਕਿ ਰਾਏ ਬੁਲਾਰ। ਬਿਗਨ ਨਾ ਖੇਤੀ ਮਹਿ ਕਿਨ ਕੀਨਾ। ਇਹ ਰਾਏ ਬਲਾਰ ਰਾਜਾ ਜੀ, ਇਹਦੀ ਖੇਤੀ ਜਿਹੜਾ ਜ਼ਿਮੀਂਦਾਰ ਕਹਿੰਦਾ ਇਹਦੀ ਖੇਤੀ ਵਿੱਚ ਤੇ ਕਿਸੇ ਨੇ ਆਣੀ ਜਿਹੜਾ ਹੈ ਵਿਗਣ ਕੋਈ ਕੀਤਾ। ਤੁਮ ਕਸ ਚਾਹੋ ਉਜਾਰਾ ਲੀਨਾ। ਇਸ ਕਰਕੇ ਵੀ ਤੁਸੀਂ ਕਿਹੜਾ ਕਿਸ ਤਰ੍ਹਾਂ ਵੇ ਮੇਰੇ ਪਿਤਾ ਜੀ ਨੂੰ ਤਾੜ ਫਾੜ ਕੇ ਕਹਿ ਕੇ ਤੇ ਖੇਤ ਦਾ ਜਿਹੜਾ ਉਜਾੜਾ ਹੈ, ਜਿਹੜੀ ਖੇਤੀ ਦਾ ਜਿਹੜਾ ਪੈਸਾ ਭਰਵਾਉਂਦੇ ਮੰਗਦੇ ਹੋ। ਇੱਕ ਨਾ ਖੇਤ ਕੋ ਪਾਤ ਨੇ ਪਾਤੇ। ਤੁਸੀਂ ਕਿਵੇਂ ਦਾ ਉਜਾੜਾ ਲੈਣਾ ਚਾਹੁੰਦੇ ਹੋ ਸਾਨੇ ਤੇ ਇਸ ਜ਼ਿਮੀਂਦਾਰ ਦੇ ਖੇਤ ਦਾ ਇੱਕ ਪੱਤਾ ਵੀ ਜਿਹੜਾ ਨਹੀਂ ਤੋੜਿਆ। ਬਾਦ ਬਦਤ ਤੁਮ ਬੈਨ ਰਸਾਤੇ। ਐਵੇਂ ਮੂਰਖ ਜ਼ਿਮੀਂਦਾਰ ਮੂੰਹ ਜਿਹੜਾ ਬੋਲੀ ਜਾ ਰਿਹਾ ਹੈ ਉਹਦਾ ਸੁਣ ਕੇ ਤੁਸੀਂ ਵੀ ਸਾਡੇ ਪਿਤਾ ਦੇ ਨਾਲ ਐਵੇਂ ਗੁੱਸੇ ਜੇ ਵਾਲੇ ਬਚਨ ਕਹੀ ਜਾਂਦੇ ਹੋ। ਜੇ ਗ੍ਰਹਿ ਖਾਈ ਮਹਿਖਨ ਤੇਨਾ। ਆ ਜੇ ਮਹਾਰਾਜ ਕਹਿੰਦੇ ਹੈ ਰਾਏ ਬਲਾਰ ਜੀ, ਜੇ ਤੇ ਇਹਦੇ ਖੇਤ ਦੀ ਆ ਸਾਡੀ ਗਾਵਾਂ ਮੱਝਾਂ ਨੇ ਜੇ ਇਹਦਾ ਖੇਤ ਖਾਦਾ ਹੋਊਗਾ, ਜੇ ਕਿਤੇ ਜਾੜਿਆ ਹੋਊਗਾ, ਤੋ ਤੁਮ ਲਿਹੋ ਚਾਹੋ ਜੋ ਲੈਣਾ। ਜੇ ਇਹ ਸਾਡੇ ਗਾਵਾਂ ਮੱਝਾਂ ਨੇ ਖੇਤੀ ਇਹਨਾਂ ਦੀ ਖਾਦੀ ਹੋਊਗੀ, ਫਿਰ ਰਾਏ ਬਲਾਰ ਜੀ ਜੋ ਤੁਸੀਂ ਲੈਣਾ ਚਾਹੋ ਨਾ ਸਾਡੇ ਕੋਲ ਹਰਜਾਨਾ ਮਾਮਲਾ ਉਜਾੜੇ ਦਾ ਪੈਸਾ ਉਹ ਤੁਸੀਂ ਫਿਰ ਲੈ ਲੈਣਾ। ਜੇ ਗਵਾਰ ਤਿਤ ਬਚਨ ਪਰਤੇ ਤੂ। ਆ ਜਿਹੜੇ ਗਵਾਰ ਮੂਰਖ ਹੁੰਦੇ ਐ, ਇਹ ਜ਼ਿਮੀਂਦਾਰ ਮੂਰਖਾਂ ਗਵਾਰਾਂ ਵਾਂਗ ਤੇ ਉਹਦੇ ਬਚਨਾਂ ਦੇ ਜਿਹੜੇ ਸਿਆਣੇ ਆ ਉਹ ਭਰੋਸਾ ਨਹੀਂ ਕਰਦੇ। ਸੁਣ ਕਰ ਸਿਆਣੇ ਤਰਤ ਨਾ ਚੀਤੂ। ਸੁਣ ਕਰਕੇ ਜਿਹੜੇ ਸਿਆਣੇ ਆ ਉਹ ਚਿੱਤ ਵਿੱਚ ਐਵੇਂ ਉਹ ਪ੍ਰਤੀਤੀ ਭਰੋਸਾ ਨਹੀਂ ਧਰਦੇ ਵੀ ਇਹਦੇ ਮੂਰਖ ਹੈ। ਤੁਸੀਂ ਕਿਵੇਂ ਆ ਸਿਆਣੇ ਹੋ ਕੇ ਮੂਰਖ ਹੋ ਰਹੇ ਹੋ। ਹੁਣ ਬੋਲਿਓ ਸੁਣ ਕਰ ਕਰਖਕਾਰਾ। ਜਦੋਂ ਗੁਰੂ ਨਾਨਕ ਸਾਹਿਬ ਜੀ ਐਵੇਂ ਬਚਨ ਕਹੇ ਐ, ਉਹ ਖੇਤੀ ਵਾਲਾ ਜ਼ਿਮੀਂਦਾਰ ਸੁਣ ਰਿਹਾ ਸੀ। ਜ਼ਿਮੀਂਦਾਰ ਸੁਣ ਕਰਕੇ ਐਵੇਂ ਬੜਾ ਉੱਚੀ ਨਾਲ ਬੋਲਿਆ, ਸਾਬਤ ਏਕ ਨਾ ਕੌਣ ਕਿਦਾਰਾ। ਉਹ ਕਹਿੰਦਾ ਐਵੇਂ ਬਾਲਕ ਕਹਿ ਰਿਹਾ ਹੈ ਮੇਰਾ ਦੇ ਖੇਤ ਵਿੱਚ ਇੱਕ ਪੱਤਾ ਨਹੀਂ ਨਾ ਸਾਬਤ ਛੱਡਿਆ। ਪਟਵੋ ਮਾਨਵ ਹੇ ਰਹਤਾ ਸੂ। ਹੇ ਰਾਏ ਬਲਾਰ ਜੀ, ਜੇ ਤੁਹਾਨੂੰ ਮੇਰੇ ਤੇ ਇੰਨਾ ਭਰੋਸਾ, ਤੁਸੀਂ ਆਪਣਾ ਇੱਕ ਦਾਸ ਸੇਵਕ ਮਨੁੱਖ ਨੂੰ ਭੇਜੋ, ਉੱਥੇ ਜਾ ਕੇ ਵੇਖ ਲੈ ਵੀ ਖੇਤੀ ਦਾ ਕੀ ਹਾਲ ਹੋਇਆ ਪਿਆ ਹੈ। ਮੈਂ ਨਹ ਕਹੂੰ ਕੂਲ ਤੁਮ ਪਾਸੂ। ਰਾਏ ਬਲਾਰ ਜੀ, ਮੈਂ ਕੋਈ ਮੂਰਖ ਥੋੜਾ ਵਾਂ ਕਿ ਜਿਹੜਾ ਐਵੇਂ ਕਹੀ ਜਾਵਾਂਗਾ। ਮੈਂ ਤੁਹਾਡੇ ਕੋਲ ਕੋਈ ਝੂਠ ਝਾਠ ਨਹੀਂ ਬੋਲ ਰਿਹਾ। ਯੁਗਮ ਬਚਨ ਸੁਨ ਸੰਸੈ ਆਇਆ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ ਅਸੀਂ ਤੇ ਇੱਕ ਪੱਤਾ ਨਹੀਂ ਤੋੜਿਆ। ਇਹ ਕਹਿੰਦਾ ਵੀ ਮੇਰੀ ਖੇਤੀ ਜੀ ਤੇ ਗੰਦੀ ਬੜਾ ਪਿਆ, ਉਜਾੜ ਦਿੱਤੀ ਹੈ। ਸੁਣ ਕੇ ਦੋਵਾਂ ਦੇ ਬਚਨ ਤੇ ਰਾਏ ਬਲਾਰ ਦੇ ਮਨ ਵਿੱਚ ਸੰਸਾ ਆ ਗਿਆ। ਨਿਰਣਾ ਕਾਰਨ ਮਨਜ ਪਠਾਇਆ। ਨਿਰਣਾ ਕਰਨ ਵਾਸਤੇ ਵੀ ਸੱਚਾ ਕਿਹੜਾ ਝੂਠਾ ਕਿਹੜਾ ਇਹਨੇ ਆਪਣਾ ਐਵੇਂ ਦਾਸ ਇੱਕ ਭੇਜਿਆ। ਹੇਰਿਓ ਫਿਰ ਕੈ ਨਰ ਚਾਹੋਂ ਘਾਤੇ। ਐਵੇਂ ਉਹ ਜਿਹੜਾ ਮਨੁੱਖ ਭੇਜਿਆ ਆਪਣਾ ਦਾਸ, ਉਹ ਗਿਆ ਹੈ ਚਾਰੇ ਪਾਸੇ ਉਹਨੇ ਫਿਰ ਕੇ ਖੇਤ ਨੂੰ ਚੰਗੀ ਤਰ੍ਹਾਂ ਵੇਖਿਆ।
ਬਿਗਨ ਨ ਦੀਸੈ ਮੁਰਿਓ ਤਹਾਂ ਤੇ। ਉਹਨੂੰ ਕੋਈ ਵਿਗੜ ਨਹੀਂ ਦਿਸਿਆ। ਜਾ ਕੇ ਵੇਖਿਆ ਵੀ ਖੇਤ ਤੇ ਕਿਤੇ ਨੁਕਸਾਨ ਨਹੀਂ ਹੋਇਆ, ਖੇਤ ਤੇ ਐਵੇਂ ਲਹਿਰਾ ਰਿਹਾ ਹੈ, ਖੇਤੀ ਤੇ ਸਗੋਂ ਦੂਣੀ ਤੀਣੀ ਦਿਸ ਰਹੀ ਹੈ ਦੂਜਿਆਂ ਨੂੰ ਵੀ, ਕੋਈ ਵਿਗੜ ਨਹੀਂ ਹੋਇਆ ਤੇ ਬੜੀ ਛੇਤੀ ਨਾਲ ਵਾਪਸ ਮੁੜਿਆ ਹੈ। ਆਏ ਰਾਏ ਸੋ ਬਾਤ ਜਨਾਈ। ਆਇਆ ਹੈ, ਆ ਕੇ ਰਾਏ ਬਲਾਰ ਨੂੰ ਇਹ ਬਾਤ ਗੱਲ ਜਣਾਈ ਹੈ ਕਿ ਰਾਏ ਬਲਾਰ ਸਾਹਿਬ ਜੀ, ਮੈਂ ਹੇਰੀ ਫਿਰਕੈ ਚਾਹੋਂ ਕਾਈ। ਮੈਂ ਤੇ 4 ਸਫੇਰੇ ਖੇਤੀ ਆ ਰਾਏ ਬਲਾਰ ਸਾਹਿਬ ਜੀ ਵੇਖ ਆਇਆ, ਵੇਖੀ ਐ। ਨਹ ਪਸ ਖੋਜ ਨਾ ਬੂਟਾ ਟੂਟਾ। ਆ ਵਾਕਈ ਜਾ ਕੇ ਮੈਂ ਵੇਖੀ, ਉੱਥੇ ਤੇ ਕਿਸੇ ਪਸ਼ੂ ਦਾ ਜਿਹੜਾ ਖੋਰ ਹੈ, ਕੋਈ ਪੌੜ ਪੈੜ ਹੈ ਉਹ ਤੇ ਲੱਗਾ ਨਹੀਂ, ਕੋਈ ਬੂਟਾ ਨਹੀਂ ਜਿਹੜਾ ਟੁੱਟਾ ਹੈ। ਰਹਿਓ ਨਿਸਰ ਸਭ ਸਾਬਤ ਬੂਟਾ। ਸਾਰੇ ਬੂਟੇ ਐ ਸਾਬਤ ਐ, ਸਿੱਟੇ ਨਿਕਲੇ ਹੋਏ ਐ, ਬੜੀ ਫਸਲ ਦੂਣੀ ਤੀਣੀ ਦੂਜਿਆਂ ਨੂੰ ਸਗੋਂ ਜ਼ਿਆਦੀ ਐ, ਬੜੇ ਨਿਸਰ ਰਹੇ ਐ ਬੂਟੇ, ਐਵੇਂ ਸਿੱਟੇ ਨਿਕਲੇ ਹੋਏ ਐ। ਚਾਹੋਂ ਔਰ ਕਿਤ ਬਾਰ ਨਾ ਤੋਰੀ। ਇਹ ਕਹਿੰਦਾ ਵੀ ਮੇਰੀ ਵਾੜ ਨਹੀਂ ਛੱਡੀ ਐ, ਡੰਗਰਾਂ ਦੇ ਪੈੜ ਲੱਗੇ ਹੋਏ ਐ, ਪਸ਼ੂਆਂ ਦੇ ਵਿੱਚ ਗੋਬਰ ਆਦਿਕ ਖਿਲ ਰਿਹਾ ਹੈ। ਉੱਥੇ ਤੇ ਮੈਂ ਵੇਖਿਆ ਚਾਰੇ ਤਰਫੀ ਕਿਤੇ ਕੋਈ ਬਾੜ ਬੂੜ ਨਹੀਂ ਤੋੜੀ। ਹਰੀ ਖਰੀ ਭੂ ਜਰੀ ਸੋ ਜੋਰੀ। ਸਗੋਂ ਉਹ ਤੇ ਹਰੀ ਭਰੀ ਬੜੀ ਹਰੀ ਭਰੀ ਫਸਲ ਖੜੀ ਹੈ ਤੇ ਧਰਤੀ ਵਿੱਚ ਜੁੜੀ ਜੜੀ ਹੈ ਚੰਗੀ ਤਰ੍ਹਾਂ। ਰਾਹਕ ਝੂਠੋ ਦੇਤ ਦੁਹਾਈ। ਰਾਏ ਬਲਾਰ ਸਾਹਿਬ ਜੀ ਜਿਹੜਾ ਜ਼ਿਮੀਦਾਰ ਐਵੇਂ ਝੂਠੀਆਂ ਜਿਹੜੀਆਂ ਦਵਾਈਆਂ ਦੇ ਰਿਹਾ ਐਵੇਂ ਇੱਥੇ ਆ ਕੇ ਰੌਲਾ ਪਾ ਰਿਹਾ ਇਹ। ਉਚਿਤ ਦੰਡ ਇਹ ਹੈ ਨਰ ਨਾਰਾਈ। ਉਚਿਤ ਦੰਡ ਇਸ ਕਰਕੇ ਰਾਏ ਬਲਾਰ ਸਾਹਿਬ ਜੀ ਇਹ ਜਿਹੜਾ ਦੰਡ ਦੇਣਾ ਨਾ, ਸਜ਼ਾ ਦੇਣੀ, ਇਹਨੂੰ ਯੋਗ ਹੈ। ਇਹ ਤੇ ਕਹਿੰਦਾ ਨਾ ਵੀ ਗੁਰੂ ਨਾਨਕ ਸਾਹਿਬ ਜੀ ਹਰਜਾਨਾ ਭਰੇ, ਅਸੀਂ ਕਹਿੰਦੇ ਵੀ ਇਹਦੇ 5-7 ਮਾਰੋ, ਨਾਲੇ ਇਹਦੇ ਕੋ ਹਰਜਾਨਾ ਲਓ ਤੁਸੀਂ। ਸੁਣ ਕਰ ਕ੍ਰਿਖਕ ਮਨ ਹੈ ਬਿਸਮਾਨਾ। ਸੁਣ ਕਰਕੇ ਉਹ ਜ਼ਿਮੀਦਾਰ ਮਨ 'ਚ ਹੈਰਾਨ ਹੋ ਗਿਆ ਵੀ ਇਹ ਜ਼ਿਮੀ ਜਿਹੜਾ ਦਾਸ ਗਿਆ ਸੇਵਕ, ਇਹਨੂੰ ਕੀ ਹੋ ਗਿਆ ਹੁਣ। ਨਿਜ ਹੇਰਨ ਕੋ ਕੀਨ ਪਿਆਨਾ। ਆਪ ਵੇਖਣ ਵਾਸਤੇ ਫਿਰ ਚੱਲ ਕੇ ਗਿਆ ਵੀ ਮੈਂ ਵੇਨਾ ਕੀ ਗੱਲ ਅਸਲ ਵਿੱਚ। ਤੂਰਨ ਸਰਸ ਜਹਾਂ ਚਾਹੋਂ ਕੋ ਨਾ। ਜਿੱਥੇ ਚਾਰੇ ਤਰਫੀਆ ਹਰੇ ਭਰਾ ਖੇਤ ਹੀ ਖੜਾ ਹੋਇਆ ਹੈ, ਬੜੀ ਫਸਲ ਹੋ ਰਹੀ ਹੈ। ਮਤ ਵਾਰੇ ਜਿਮਾ ਕੀਨਸ ਮੋਨ। ਮਤ ਵਾਰੇ ਜਿਮਾ ਕੀਨਸ ਮੋਨਾ। ਆ ਜਿਵੇਂ ਪਾਗਲ ਲੋਕ, ਮਸਤਾਨੇ ਲੋਕ ਕੋਈ ਚੀਜ਼ ਵੇਖ ਚੁੱਪ ਜਿਹਾ ਕਰ ਰਹਿੰਦੇ ਨਾ, ਐਵੇਂ ਜ਼ਿਮੀਦਾਰ ਦੀ ਜ਼ਬਾਨ ਹੀ ਬੰਦ ਹੋ ਗਈ, ਚੁੱਪ ਹੀ ਕਰ ਗਿਆ ਵੇਖ ਕੇ। ਸਭ ਕਿਦਾਰ ਉਜਰਾ ਅਬ ਹੇਰੇ। ਵਿਚਾਰਨ ਲੱਗ ਪਿਆ ਉੱਥੇ, ਕਹਿੰਦਾ ਹੋ ਵੇਖ ਲੋ ਆ ਮੈਂ ਹੁਣੇ ਹੀ ਸਾਰਾ ਖੇਤ ਹੀ ਉਜੜਿਆ ਹੋਇਆ ਵੇਖਿਆ ਸੀ। ਗਇਓ ਰਾਏ ਟਿਗ ਲੱਗੀ ਨਾ ਵੀ ਹੁਣੇ ਤੇ ਰਾਏ ਬਲਾਰ ਕੋ ਮੈਂ ਉਸ ਬਾਲਕ ਨੂੰ ਲੈ ਕੇ ਗਿਆ, ਡੰਗਰਾਂ ਸਮੇਤ ਪਸ਼ੂਆਂ ਸਮੇਤ, ਕੋਈ ਦੇਰ ਨਹੀਂ ਲੱਗੀ ਸੀ। ਆਵਤ ਲੋ ਹਰਿਆਵਲ ਭਾਰੀ। ਵੀ ਹੁਣੇ ਤੇ ਰਾਏ ਬਲਾਰ ਕੋਲ ਗਿਆ, ਕੋਈ ਦੇਰ ਨਹੀਂ ਲੱਗੀ। ਆ ਹੁਣ ਇੰਨਾ ਥੋੜੇ ਸਮੇਂ ਬਾਅਦ ਆਏ ਆ ਤੇ ਆ ਦੇ ਬੜੀ ਹਰੀ ਭਰੀ ਫਸਲ ਹੋਈ ਪਈ ਹੈ। ਭਇਓ ਨਾ ਕਾਰਨ ਜਾਤ ਵਿਚਾਰੀ। ਕਹਿੰਦਾ ਕੀ ਕਾਰਨ ਹੋ ਗਿਆ ਹੈ ਵੀ ਜਿਹੜਾ ਸੋਚਿਆ ਵਿਚਾਰਿਆ ਨਹੀਂ ਜਾ ਰਿਹਾ ਵੀ ਗੱਲ ਕੀ ਬਣ ਗਈ ਹੈ। ਲੱਜਤ ਹੋਏ ਨਾ ਗਾ ਟਿਗਰਾਉ। ਐਵੇਂ ਉਹ ਜ਼ਿਮੀਦਾਰ ਖੇਤ ਵਾਲ ਵੇਖ ਕੇ ਬੇਸ਼ਰਮ ਜਿਹਾ ਹੋ ਗਿਆ ਹੈ ਵੀ ਮੈਂ ਜਾ ਕੇ ਦੱਸਾਂ ਰਾਏ ਬਲਾਰ ਨੂੰ ਵੀ ਠੀਕ ਕਹਿ ਰਹੇ ਤੇ ਫਸਲ ਨੂੰ ਕੁਝ ਨਹੀਂ ਹੋਇਆ। ਬੇਸ਼ਰਮ ਜਿਹਾ ਹੋਇਆ, ਰਾਏ ਬਲਾਰ ਕੋਲ ਨਹੀਂ ਜ਼ਿਮੀਦਾਰ ਗਿਆ ਮੁੜ ਕੇ। ਪਰਿਓ ਨਾ ਪ੍ਰਭ ਪਗ ਜਾਨ ਪ੍ਰਭਾਉ। ਗੁਰੂ ਨਾਨਕ ਸਾਹਿਬ ਜੀ ਦਾ ਤੇਜ ਪ੍ਰਤਾਪ ਜਾਣ ਕੇ ਵੇਖ ਲੋ ਮਾੜਿਆਂ ਭਾਗਾਂ ਵਾਲਾ ਜ਼ਿਮੀਦਾਰ ਚਰਨੀ ਵੀ ਨਹੀਂ ਪਿਆ। ਮੰਦ ਕਰਮ ਥੋ ਭਾਗ ਨਾ ਜਾਗਾ। ਉਹ ਮੰਦੇ ਕਰਮਾਂ ਵਾਲਾ ਸੀ ਜ਼ਿਮੀਦਾਰ, ਉਹਦੇ ਭਾਗ ਹੀ ਨਹੀਂ ਜਾਗੇ। ਐਵੇਂ ਫਸਲ ਵੇਖ ਕੇ ਉੱਥੇ ਕੀ ਗੇੜੇ ਕੱਢਦਾ ਰਿਹਾ ਵੀ ਆਹ ਤੇ ਚੰਗੀ ਫਸਲ ਹੋ ਗਈ ਮੇਰੀ। ਬਿਸਮੈ ਹੋਏ ਖੇਤ ਨੁਰਾਗਾ। ਉੱਥੇ ਹੈਰਾਨ ਹੋ ਗਿਆ ਖੇਤ ਨੂੰ ਵੇਖ ਕੇ, ਖੇਤ ਦਾ ਪ੍ਰੇਮੀ ਪਿਆਰਾ ਹੀ ਹੋ ਗਿਆ, ਮਾੜੇ ਭਾਗਾਂ ਵਾਲਾ ਗੁਰੂ ਜੀ ਦਾ ਪ੍ਰਤਾਪ ਜਾਣ ਕੇ
ਤੇ ਉਹ ਚਰਨੀ ਨਹੀਂ ਪਿਆ। ਐਸੇ ਵੀ ਦੁਨੀਆ ਦੇ ਲੋਕ ਵਸਦੇ ਐ। ਵੇਖ ਲਓ, ਅਸੀਂ ਕਹਿੰਦੇ ਹਾਂ ਜੀ ਆ ਪਤਾ ਨਹੀਂ ਅੰਦਰ ਬੈਠੇ ਵੱਜ ਜਾਣਾ ਹੈ। ਸੱਚੇ ਪਾਤਸ਼ਾਹ ਦੇ ਐਸੀ ਕਰਾਮਾਤ ਦੇ ਮਾਲਕ ਹੈ ਤੇ ਅਸੀਂ ਸੋਚਦੇ ਵੀ ਦੂਰ ਰਹਿ ਕੇ ਗੁਰੂ ਤੋਂ ਵੱਜਾਂਗੇ। ਪਰ ਵੇਖ ਲਓ ਇਸੇ ਤਰ੍ਹਾਂ ਜ਼ਿਮੀਂਦਾਰ ਦਾ ਹਾਲ ਹੈ। ਉਹ ਖੇਤੀ ਜਿਹੜੀ ਉਹਨੂੰ ਪਿਆਰੀ ਹੋ ਗਈ, ਮੇਰੀ ਖੇਤੀ ਵੱਧ ਗਈ, ਖੇਤੀ ਦੁਆਲੇ ਘੁੰਮੀ ਗਿਆ ਹੈ, ਪਰ ਗੁਰੂ ਮਹਾਰਾਜ ਦੇ ਚਰਨਾਂ 'ਤੇ ਜਾ ਕੇ ਨਹੀਂ ਪਿਆ ਵੀ ਮਹਾਰਾਜ ਤੁਹਾਡੀ 'ਚ ਤਾਂ ਬੜੀ ਸ਼ਕਤੀ ਹੈ। ਅਸੀਂ ਵੀ ਇੱਦਾਂ ਸੋਚਦੇ ਪਨੀ ਅੰਦਰ ਬੈਠਿਆਂ ਬਾਜਾਂਗੇ ਅਤੇ ਗੁਰੂ ਨੇੜੇ ਹੋਇਆਂ ਪਤਾ ਨਹੀਂ ਮਰ ਜਾਵਾਂਗੇ। ਇਹ ਤਾਂ ਸਾਧ ਸੰਗਤ ਜੀ ਗੁਰੂ ਨੇੜੇ ਹੋਇਆਂ ਬਚਣਾ ਹੈ। ਤਾਤੀ ਵਾਹ ਨਾ ਲੱਗ ਗਈ ਪਾਰ ਬ੍ਰਹਮ ਸ਼ਰਨ ਆਈ। ਪਾਰ ਬ੍ਰਹਮ ਪਰਮੇਸ਼ਰ ਦੀ ਸ਼ਰਨ ਪਿਆ ਦੇ ਬਚਣਾ ਹੈ। ਉੱਥੇ ਤੱਤੀ ਵਾਹ ਨਹੀਂ ਲੱਗਣੀ, ਘਰ 'ਚ ਭਾਵੇਂ ਲੱਗ ਜੇ। ਇਵੇਂ ਜਿਹੜੇ ਆਪਣੇ ਸਰੀਰ ਨੂੰ ਪ੍ਰੇਮ ਕਰਦੇ ਆ, ਆਪਣੀ ਮਾਇਆ ਨੂੰ ਪ੍ਰੇਮ ਕਰਦੇ, ਉਹ ਗੁਰੂ ਤੋਂ ਦੂਰ ਹੋਣਾ ਚਾਹੁੰਦੇ। ਕਹਿੰਦੇ ਆਪਣਾ ਬਚਾ ਤੇ ਸਭ ਦਾ ਬਚਾ, ਆਪਣੀ ਜਾਨ ਹੈ ਤੇ ਜਹਾਨ ਹੈ। ਜਾਨ ਜਹਾਨ ਜੇ ਗੁਰੂ ਕੇ ਸਿੱਖ ਵੇਖਦੇ ਰਹਿੰਦੇ ਤੇ ਅੱਜ ਤੱਕ ਸਿੱਖੀ ਇੱਥੋਂ ਤੱਕ ਨਾ ਹੁੰਦੀ। ਇਸ ਨੂੰ ਵੇਖ ਲਓ, ਜ਼ਿਮੀਂਦਾਰ ਨੂੰ ਖੇਤੀ ਪਿਆਰੀ ਹੈ, ਗੁਰੂ ਦੇ ਚਰਨ ਨਹੀਂ ਪਿਆਰੇ ਤੇ ਗੁਰੂ ਦੇ ਚਰਨਾਂ ਤੱਕ ਨਹੀਂ ਗਿਆ। ਐਵੇਂ ਗੇੜੇ ਕੱਢਦਾ ਰਹਿ ਗਿਆ ਉਹ ਖੇਤ ਦੇ ਆਲੇ ਦੁਆਲੇ। ਸ੍ਰੀ ਨਾਨਕ ਕਾਲੂ ਪਿਤ ਸੰਗਾ। ਇਵੇਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਇਵੇਂ ਆਪਣੇ ਪਿਤਾ ਜੀ ਨਾਲ ਚਲੇ ਸਦਨ ਕੋ ਸਹਤ ਉਮੰਗਾ। ਉਧਰ ਤੇ ਉਹ ਖੇਤ ਦੇ ਦੁਆਲੇ ਗੇੜੀਆਂ ਕੱਢੀ ਜਾਂਦਾ। ਜ਼ਿਮੀਂਦਾਰ ਹੈਰਾਨ ਹੋ ਕੇ ਇੱਧਰ ਫੈਸਲਾ ਖਤਮ ਹੋ ਗਿਆ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਬੜੀ ਖੁਸ਼ੀ ਉਤਸ਼ਾਹ ਦੇ ਨਾਲ ਆਪਣੇ ਘਰ ਨੂੰ ਪਿਤਾ ਜੀ ਨਾਲ ਚੱਲੇ ਐ। ਭਇਓ ਖੇਤ ਰਖਵਾਰੋ ਝੂਠਾ। ਐਵੇਂ ਉਹ ਖੇਤ ਦਾ ਰਖਵਾਲਾ ਜ਼ਿਮੀਂਦਾਰ ਝੂਠਾ ਪੈ ਗਿਆ। ਜਿਹੇ ਕੋ ਮਹਿਕੀ ਖੇਤ ਹੈ ਮੂਠਾ। ਜਿਸ ਦੀ ਖੇਤੀ ਨੂੰ ਕਹਿੰਦੇ ਗਾਵਾਂ ਮੱਝਾਂ ਨੇ ਚੰਗੀ ਤਰ੍ਹਾਂ ਖਾ ਕੇ ਰੱਜ ਗਈਆਂ ਸਨ। ਰਾਏ ਲਖਿਓ ਰਾਹਕ ਮਤਵਾਰਾ। ਐਵੇਂ ਜਿਹੜਾ ਰਾਏ ਬਲਾਰ ਹੈ ਉਹਨੇ ਜਾਣਿਆ ਵੀ ਇਹ ਜਿਹੜਾ ਜ਼ਿਮੀਂਦਾਰ ਜਮਾਂ ਹੀ ਮੂਰਖ ਸੀ ਜਿਹੜਾ ਇੱਥੇ ਆ ਗਿਆ। ਬਿਨ ਉਜੜੇ ਕਿਉਂ ਕਰੀ ਪੁਕਾਰਾ। ਵੀ ਆ ਕੋਈ ਖੇਤ ਕੋਈ ਉਜੜਿਆ ਨਹੀਂ, ਮੈਂ ਆਪਣਾ ਦਾਸ ਭੇਜਿਆ, ਉਹ ਕਹਿੰਦਾ ਖੇਤ ਕੋਈ ਉਜੜਿਆ ਨਹੀਂ। ਇੱਥੇ ਆ ਕੇ ਐਵੇਂ ਕਿੱਦਾਂ ਉਹਨੇ ਰੌਲਾ ਪਾਇਆ ਸੀ ਵੀ ਮੇਰੇ ਪੈਸਾ ਭਰੇ ਪਟਵਾਰੀ। ਇਹ ਜਿਹੜਾ ਬੱਚਾ ਇਹਨੇ ਖੇਤ ਜਾੜ ਦਿੱਤਾ। ਵੀ ਜਮਾਂ ਹੀ ਮੂਰਖ ਹੀ ਇਕੱਠਾ ਹੋ ਕੇ ਆ ਗਿਆ ਇੱਥੇ। ਪਛਚਾਤਾਪ ਆਪ ਪੁਨ ਕੀਨਾ। ਰਾਏ ਬਲਾਰ ਆਪ ਵੀ ਪਛਚਾਤਾਪ ਬੜਾ ਕਰਦਾ ਮਨ 'ਚ ਵੀ ਐਵੇਂ ਤੂੰ ਵੀ ਬੋਲਦਾ ਰਿਹਾ ਵੱਧ ਘੱਟ। ਮੈਂ ਪਰਖਾ ਕਹਿ ਕਿਉਂ ਪੈ ਦੀਨਾ। ਐਵੇਂ ਕੋ ਕਠੋਰ ਜੇ ਬਚਨ ਕਹਿ ਕੇ ਤੇ ਡਰ ਭੈ ਜਾ ਆਪਣੇ ਚੰਗੇ ਭਲੇ ਪਟਵਾਰੀ ਨੂੰ ਦੇ ਰਿਹਾ ਸਾਂ। ਮੈਨੂੰ ਇੱਦਾਂ ਨਹੀਂ ਸੀ ਚਾਹੀਦਾ। ਅਸ ਬਿਦ ਸ੍ਰੀ ਨਾਨਕ ਜਗ ਸਾਈ। ਇਸ ਤਰ੍ਹਾਂ ਨਾਲ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੋ ਜਗਤ ਦੇ ਸਾਈਂ ਖਸਮ ਮਾਲਕ ਹਨ ਨਾਥ। ਅਦਭੁਤ ਲੀਲਾ ਕਰਤ ਸਹਾਈ। ਐਵੇਂ ਜਿਹੜੀ ਅਦਭੁਤ ਹੈਰਾਨ ਕਰ ਦੇਣ ਵਾਲੀ ਲੀਲਾ ਬੜੀ ਸੋਭਨੀਕ ਗੁਰੂ ਸਾਹਿਬ ਜੀ ਇਹੋ ਜਿਹੀਆਂ ਕਈ ਕਰਦੇ ਕਈ ਕਰਨਗੇ। ਗੋ ਮਹਿਖਨ ਕੋ ਚਾਰਨ ਕਾਰਨ। ਐਵੇਂ ਗਾਵਾਂ ਮੱਝਾਂ ਨੂੰ ਚਾਰਨ ਦੇ ਕਾਰਨ ਵਾਸਤੇ। ਨਿਤ ਬਨ ਜਹ ਬਿਪਤ ਬਿਦਰਾਰਨ। ਆਪਣੇ ਜੋ ਦਾਸਾਂ ਦੀਆਂ ਬਿਪਤਾਂ ਨੂੰ ਬਿਦਾਰਨ ਕੱਟਣ ਨਾਸ ਕਰਨ ਵਾਲੇ ਨਿਜ ਰੋਜ਼ ਹੀ ਗੁਰੂ ਜੀ ਜੰਗਲ ਵਿੱਚ ਜਾਂਦੇ ਹੈ ਪਸ਼ੂਆਂ ਨੂੰ ਚਾਰਨ ਵਾਸਤੇ। ਆਏ ਅਨਿਸ਼ਤ ਖੇਤ ਅਗਾਰੇ। ਇਵੇਂ ਗੁਰੂ ਜੀ ਆਪ ਇੱਛਾ ਨਹੀਂ ਕਰਦੇ ਵੀ ਆ ਹਰੇ ਖੇਤ ਵਾਲੀ ਜਾਣਾ। ਆਪਣੀ ਇੱਛਾ ਅਨੁਸਾਰ ਜਿਹੜਾ ਐਵੇਂ ਸੁੱਤੇ ਸੇਧੀ ਅੱਗੇ ਖੇਤ ਆ ਜਾਂਦਾ ਹੈ। ਖਾਨ ਲੱਗਹਿ ਨਹਿ ਤਿਨਹਿ ਨਿਵਾਰੈ। ਪਸ਼ੂ ਹੁਣ ਉਹ ਖੇਤ ਵਿੱਚ ਵੜ ਜਾਂਦੇ। ਜਿਹੜਾ ਵੀ ਅੱਗੇ ਖੇਤ ਚੰਗੀ ਜਿਹੜੀ ਵੀ ਫਸਲ ਹੋਵੇ ਉੱਚੀ ਉਹ ਪਸ਼ੂ ਵੜ ਜਾਂਦੇ ਹੈ। ਤੇ ਗੁਰੂ ਸਾਹਿਬ ਜੀ ਕਿਸੇ ਪਸ਼ੂ ਨੂੰ ਨਹੀਂ ਕਹਿੰਦੇ ਵੀ ਇੱਧਰ ਨਹੀਂ ਵੜਨਾ ਹੈ। ਗੁਰੂ ਜੀ ਦੂਰ ਹੀ ਨਹੀਂ ਕਰਦੇ, ਸਗੋਂ ਕਹਿੰਦੇ ਛਕੋ ਛਕਾਓ ਖਾਓ ਤੁਸੀਂ। ਇਸ ਬਿਦ ਕੇਤੇ ਖੇਤ ਨਿਪਾਤੇ। ਇਸ ਤਰ੍ਹਾਂ ਕਿੰਨੇ ਖੇਤ ਗੁਰੂ ਜੀ ਦੇ ਐਵੇਂ ਪਸ਼ੂਆਂ ਨੇ ਉਹ ਖੇਤੀ ਕਰਕੇ ਖਾ ਕੇ ਉਜਾੜੇ ਸਨ। ਪੁਨ ਪੇ ਤਸ ਰਾਹਕ ਬਿਨ ਜਾਤੇ। ਉਹ ਫੇਰ ਖੇਤ ਜਿਵੇਂ ਪਸ਼ੂ ਖਾ ਕੇ ਜਾਂਦੇ ਰਾਤੋਂ ਰਾਤ ਹੀ ਫਸਲਾਂ ਉਸੇ ਤਰ੍ਹਾਂ ਹੋ ਜਾਂਦੀਆਂ। ਆ ਬਿਨਾਂ ਜ਼ਿਮੀਂਦਾਰਾਂ ਦੇ ਜਾਣਿਆ ਵੀ ਰਾਤੀ ਸਾਡੀ ਫਸਲ ਨੂੰ ਕਿਸੇ ਨੇ ਖਾਧਾ ਕਿ ਨਹੀਂ ਖਾਧਾ ਹੈ।
ਇੱਧਰੋਂ ਪਸ਼ੂ ਖਾ ਕੇ ਜਾਂਦੇ, ਲੰਘ ਜਾਂਦੇ, ਪਿੱਛੇ ਫਸਲਾਂ ਫੇਰ ਉਸ ਤਰ੍ਹਾਂ ਹੀ ਹੋ ਜਾਂਦੀਆਂ ਐ। ਸ਼ੋਭਹਿ ਸਭ ਸੁਰਬੀ ਤਨ ਪੀਨਾ। ਇਵੇਂ ਜਿਹੜੇ ਮੱਝਾਂ ਗਾਵਾਂ ਐ ਬੜੀਆਂ ਸੋਭ ਰਹੀਆਂ, ਸਰੀਰ ਬੜੇ ਤਗੜੇ ਹੋ ਗਏ ਐ। ਸ਼ੀਰ ਦੇਹ ਬਹੁ ਵੱਡ ਆਪੀਨਾ। ਇਵੇਂ ਜਿਹੜਾ ਦੁੱਧ ਹੈ ਬਹੁਤ ਜ਼ਿਆਦਾ ਹੀ ਇਵੇਂ ਦਿੰਦੀਆਂ ਹਨ। ਦਿਨ ਪ੍ਰਤ ਮਾਖਨ ਹੋਤ ਸਵਾਇਆ। ਜਿਹੜੇ ਐਵੇਂ ਹਵਾਨੇ ਆ ਉਹ ਬੜੇ ਵੱਡੇ ਹੋ ਗਏ ਆ। ਗਾਵਾਂ ਮੱਝਾਂ ਦੇ ਬੜਾ ਦੁੱਧ ਦਿੰਦੀਆਂ ਦਿਨ ਪ੍ਰਤ, ਤੇ ਜਿਹੜਾ ਮੱਖਣ ਆ ਹੋ ਰਿਹਾ ਦੂਣਾ। ਕਾਲੂ ਹੇਰ ਹੇਰ ਹਰ ਖਾਇਆ। ਬਾਬਾ ਕਲਿਆਣ ਚੰਦ ਜੀ ਵੇਖ ਵੇਖ ਕੇ ਬਹੁਤ ਹੀ ਖੁਸ਼ ਰਹੇ ਆ ਵੀ ਬੜਾ ਦੁੱਧ ਵੱਧ ਗਿਆ ਸਾਡੇ ਘਰ। ਬਾਸਨ ਵੱਡੇ ਮਾਹੇ ਦਿਦ ਪਾਈ। ਐਵੇਂ ਵੱਡੇ ਜਿਹੜਾ ਹੈ ਭਾਂਡੇ ਵਿੱਚ ਦਹੀਂ ਪਾ ਕੇ। ਦਾਸੀ ਮਥੈ ਜੋਰ ਕਰ ਲਾਈ। ਜਿਹੜੀ ਦਾਸੀ ਤੁਲਸਾਂ ਇਤਿਆਦਿਕ ਹੋਰ ਦਾਸੀਆਂ ਐ ਇਵੇਂ ਬੜਾ ਜ਼ੋਰ ਲਾ ਕੇ ਦੁੱਧ ਦਹੀਂ ਨੂੰ ਮੱਥਦੀਆਂ ਐ। ਰੱਖਹਿ ਮਾਖਨਾ ਮਾਤ ਸਵਾਰੀ। ਮਾਤਾ ਜੀ ਬੜਾ ਗਰਮ ਕਰ ਕਰਕੇ ਮੱਖਣ ਨੂੰ ਸਵਾਰ ਬਣਾ ਕੇ ਮਾਤਾ ਤ੍ਰਿਪਤਾ ਜੀ ਰੱਖਦੇ ਐ। ਸੁਤ ਹੈ ਖਵਾਵਤ ਰੁਚ ਅਨਸਾਰੀ। ਜਿੰਨੀ ਗੁਰੂ ਨਾਨਕ ਦੇਵ ਮਹਾਰਾਜ ਦੀ ਰੁਚੀ ਹੁੰਦੀ ਨਾ, ਜਿੰਨਾ ਜੀ ਕਰਦਾ ਹੈ ਮਾਤਾ ਜੀ ਉਨਾ ਦਿੰਦੇ ਐ ਮੱਖਣ। ਗੁਰੂ ਸਾਹਿਬ ਜੀ ਐਵੇਂ ਰੱਜ ਪੁੱਜ ਕੇ ਛਕਦੇ ਖਾਂਦੇ ਐ। ਬਤਸ ਬਰਿੰਦ ਬਪ ਪੁਸ਼ਟ ਸੁਹਾਏ। ਇਵੇਂ ਮੱਝਾਂ ਦੇ ਜਿਹੜੇ ਵੱਛੇ ਐ, ਗਾਵਾਂ ਦੇ ਵੱਛੇ, ਮੱਝਾਂ ਦੇ ਜਿਹੜੇ ਬੱਚੇ ਐ, ਉਹ ਸਮੂਹ ਜਿਹੜੇ ਉਹਨਾਂ ਦੇ ਸਰੀਰ ਵੀ ਬੜੇ ਰਿਸ਼ਟ ਪੁਸ਼ਟ ਮੋਟੇ ਤੇ ਸੋਭਨੀਕ ਹੋ ਰਹੇ ਐ। ਪੈ ਪੀਵਹਿ ਬਹੁ ਰਹਿ ਅਗਾਏ। ਬੜਾ ਦੁੱਧ ਚੁੰਗਦੇ ਐ ਤੇ ਰੱਜੇ ਰਹਿੰਦੇ ਐ। ਅਸਬਿਦ ਕਿੰਚਤ ਕਾਲ ਬਿਤਾਇਓ। ਇਸ ਤਰ੍ਹਾਂ ਕਰਦਿਆਂ ਗੁਰੂ ਨਾਨਕ ਸਾਹਿਬ ਜੀ ਨੇ ਕੁਝ ਕੁ ਸਮਾਂ ਬਿਤਾਇਆ ਪਸ਼ੂ ਚਾਰਦਿਆਂ। ਜੰਤਨ ਜੌਨ ਉਦਾਹਰਨ ਆਇਓ। ਜੋ ਮਹਾਰਾਜ ਜਿਵੇਂ ਜੀਵ ਜੰਤੂਆਂ ਨੂੰ ਛੋਟੇ ਸੂਖਮ ਤੇ ਸੂਖਮ ਤੇ ਬ੍ਰਿਧਨ ਤੇ ਬ੍ਰਿਧਨ, ਵੱਡੇ ਤੇ ਵੱਡੇ ਤੇ ਛੋਟੇ ਜੀਵਾਂ ਨੂੰ ਉਦਾਹਰਨ ਵਾਸਤੇ ਜੋ ਗੁਰੂ ਨਾਨਕ ਸਾਹਿਬ ਜੀ ਆਏ ਹੈ, ਸੱਚੇ ਪਾਤਸ਼ਾਹ ਜਿਵੇਂ ਕੌਤਕ ਕਰ ਰਹੇ ਹੈ, ਮਹਾਰਾਜ ਲੀਲਾ ਕਰ ਰਹੇ ਹੈ, ਗੁਰੂ ਜੀ ਦੀ ਮਹਿਮਾ ਮਾਣ ਹੈ। ਇੱਥੇ ਜਿਹੜਾ ਜਦੋਂ ਗੁਰੂ ਜੀ ਨੇ ਖੇਤ ਹਰਿਆ ਕੀਤਾ ਜ਼ਿਮੀਂਦਾਰ ਦਾ, ਇਹ ਜਿਹੜੀ ਲੀਲਾ ਕੀਤੀ, ਕਰਾਮਾਤ ਕੀਤੀ, ਇੱਥੇ ਉਹ ਪ੍ਰਸੰਗ ਸਮਾਪਤ ਹੋਇਆ ਹੈ। ਸਮਾਂ ਵੀ ਤਕਰੀਬਨ ਕਾਫੀ ਉੱਪਰ ਹੋ ਗਿਆ ਹੈ। ਹੁਣ ਆਪਾਂ ਇੱਥੇ ਹੀ ਸਮਾਪਤੀ ਕਰੀਏ ਜੀ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ ਸੁਰ ਵਿਚਾਰਨ ਪ੍ਰਸੰਗ ਵਰਣਨ ਨਾਮ 10ਵਾਂ ਅਧਿਆਏ। ਇੱਥੇ ਜਿਹੜਾ 10ਵਾਂ ਅਧਿਆਏ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦਾ, ਜਿਹਦੇ ਵਿੱਚ ਗੁਰੂ ਜੀ ਨੇ ਇਵੇਂ ਮੱਝਾਂ ਨੂੰ ਚਾਰਿਆ ਤੇ ਉਹ ਖੇਤ ਹਰਿਆ ਕੀਤਾ, ਇੱਥੇ ਪ੍ਰਸੰਗ ਦੀ ਸਮਾਪਤੀ ਹੈ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ। ਭੁੱਲਾਂ ਚੁੱਕਾਂ ਦੀ ਖਿਮਾ। ਬਤਸ ਬ੍ਰਿੰਦ ਬਪ ਪੁਸ਼ਟ ਸੁਹਾਏ। ਪੈ ਪੀਵਹਿ ਬਹੁ ਰਹਿ ਅਗਾਏ। ਅਸਬਿਦ ਕਿੰਚਤ ਕਾਲ ਬਿਤਾਇਓ। ਜੰਤਨ ਜੌਨ ਉਦਾਹਰਨ ਆਇਓ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ ਸੁਰ ਵਿਚਾਰਨ ਪ੍ਰਸੰਗ ਵਰਣਨ ਨਾਮ 10ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ